नमो बुद्धा, जय भीम, जय भारत। यूके, यूरोप ਅਤੇ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ DM ਗਲੋਬਲ ਦੇ ਮਾਧਿਅਮ ਤੋਂ ਲੋਟਸ TV ਦੇਖ ਰਹੇ ਸਭ ਦਰਸ਼ਕਾਂ ਦਾ ਲੋਟਸ TV ਤੇ ਇੰਟਰਨੈਸ਼ਨਲ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ ਸਵਾਗਤ ਹੈ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲਾ ਜੋ ਮਹੀਨਾ ਹੈ ਮਈ ਦੇ ਮਹੀਨੇ ਦੇ ਵਿੱਚ ਆਪਾਂ ਬੁੱਧਾ ਜਯੰਤੀ ਦੇ ਸੰਦਰਭ ਦੇ ਵਿੱਚ ਪ੍ਰੋਗਰਾਮ ਕੀਤੇ ਸਨ, ਜਿੱਥੇ ਕਿ ਬੁੱਧਾ ਦਾ ਜੀਵਨ ਤੋਂ ਲੈ ਕੇ ਉਹਨਾਂ ਦੇ ਮਹਾਪਰਿਨਿਰਵਾਣ ਤੱਕ ਉਹਨਾਂ ਦੇ ਧੰਮ ਬਾਰੇ ਚਰਚਾ ਕੀਤੀ ਗਈ ਹੈ। ਅਤੇ ਹੁਣ ਆਪਾਂ ਜੂਨ ਦੇ ਮਹੀਨੇ ਦੇ ਵਿੱਚ ਆ ਗਏ ਹਾਂ। ਅੱਜ 1 ਜੂਨ ਵੈਨਸਡੇ 2016 ਹੈ। ਅਤੇ ਜਿਸ ਤਰ੍ਹਾਂ ਤੁਸੀਂ ਸਾਡਾ ਸਾਰਿਆਂ ਨੇ ਸਾਥ ਦਿੱਤਾ ਹੈ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੁਣ ਜੂਨ ਦੇ ਮਹੀਨੇ ਦੇ ਵਿੱਚ ਆਪਾਂ ਇਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਇਹ ਸਾਲ ਜੋ ਹੈ ਵਿਸ਼ਵ ਰਤਨ ਬੋਧੀ ਸਤਵ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੀ 125ਵੀਂ ਜਨਮ ਦਿਵਸ ਜੋ ਹੈ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਇਹਦੇ ਨਾਲ ਅੱਜ ਇਸ ਤਰ੍ਹਾਂ ਕਿ ਬਾਬਾ ਸਾਹਿਬ ਅੱਜ ਇੱਕ ਭਾਰਤ ਰਤਨ ਨਾ ਰਹਿ ਕੇ ਵਿਸ਼ਵ ਰਤਨ ਬਣ ਚੁੱਕੇ ਹਨ। ਅਤੇ ਇਸ ਤਰ੍ਹਾਂ ਨਿਊਯਾਰਕ ਅਮਰੀਕਾ ਦੇ ਵਿੱਚ ਬਾਬਾ ਸਾਹਿਬ ਜੀ ਦੀ 125ਵੀਂ ਜਯੰਤੀ 13 ਅਪ੍ਰੈਲ 2016 ਨੂੰ ਮਨਾਈ ਗਈ ਸੀ। ਅਤੇ ਜਿਸ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਮੈਂਬਰ ਮਾਨਯੋਗ ਮਨੋਹਰ ਲਾਲ ਵਿਰਦੀ ਜੀ ਉਹਨਾਂ ਨੇ ਉੱਥੇ ਸ਼ਿਰਕਤ ਕੀਤੀ ਸੀ। ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਮੈਂ ਮਨੋਹਰ ਲਾਲ ਵਿਰਦੀ ਜੀ ਤੁਹਾਡਾ ਲੋਟਸ TV ਦੇ ਉੱਪਰ ਤੁਹਾਡਾ ਸਵਾਗਤ ਹੈ ਜੀ। ਨਮੋ ਬੁੱਧਾ, ਜੈ ਭੀਮ। ਲੋਟਸ TV ਦੇਖ ਰਹੇ ਸਾਰੇ ਉਪਾਸਕ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ। ਸੋ ਥੈਂਕ ਯੂ ਸੁਮਨ ਜੀ ਆਪ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਆਓ ਪਹਿਲਾਂ ਪ੍ਰੋਗਰਾਮ ਦੀ ਸ਼ੁਰੂ ਤੋਂ ਪਹਿਲਾਂ ਆਪਾਂ ਇੱਕ ਗਾਣਾ ਜੋ ਹੈ ਕਿ ਸਾਡੇ ਮਾਣਯੋਗ ਸੋਹਣ ਰੱਤੂ ਜੀ ਦੀ ਕਲਮ ਤੋਂ ਲਿਖਿਆ ਗਿਆ, ਅਸ਼ੋਕਾ ਗਰੁੱਪ ਦੁਆਰਾ ਗਾਇਆ ਗਿਆ ਬਾਬਾ ਸਾਹਿਬ ਦੇ ਉੱਪਰ ਇੱਕ ਆਪਾਂ ਗਾਣਾ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਜੋ ਹੈ ਅੱਗੇ ਵਧਾਵਾਂਗੇ। देश कौम दी खातिर जिंदगी लावांगे, देश कौम दी खातिर जिंदगी लावांगे। भीम जी तेरा घर घर मिशन पहुंचावांगे, मिशन पहुंचावांगे। देश कौम दी खातिर जिंदगी लावांगे, भीम जी तेरा घर घर मिशन पहुंचावांगे, मिशन पहुंचावांगे। बदल देंगे हिंद चो राज कसाइयां दा, राज कसाइयां दा। सच दा झंडा लहरावांगे, सच दा झंडा लहरावांगे। बावां दा जोर वखावांगे, भीम जी तेरा घर घर मिशन पहुंचावांगे, मिशन पहुंचावांगे। देश कौम दी खातिर जिंदगी लावांगे, भीम जी तेरा घर घर मिशन पहुंचावांगे, मिशन पहुंचावांगे। तेरी
हंसांगे, सूली ते चढ़ के गावांगे, टीम जी तेरा घर घर मिशन पहुंचावांगे, मिशन पहुंचावांगे, देश कौम की खातिर जिंदगी लावांगे, टीम जी तेरा घर घर मिशन पहुंचावांगे, मिशन पहुंचावांगे। हक इंसानी दा तू दे गयो सानू हक इंसानी दा पा देवांगे मुल तेरी कुर्बानी दा तेरी कुर्बानी दा कौम दा मान बढ़ावांगे कौम दा मान बढ़ावांगे देश तो वारी जावांगे टीम जी तेरा घर घर मिशन पहुंचावांगे मिशन पहुंचावांगे देश कौम की खातिर जिंदगी लावांगे टीम जी तेरा घर घर मिशन पहुंचावांगे मिशन पहुंचावांगे। चुरावांगे टीम जी तेरा घर घर मिशन पहुंचावांगे मिशन पहुंचावांगे देश कौम की खातिर जिंदगी लावांगे टीम जी तेरा घर घर मिशन पहुंचावांगे मिशन पहुंचावांगे मिशन पहुंचावांगे मिशन पहुंचावांगे। ਇਹ ਆਪਾਂ ਗੀਤ ਸੁਣਿਆ ਬਾਬਾ ਸਾਹਿਬ ਦਾ ਜੋ ਸੋਹਣਾ ਰੱਤੂ ਜੀ ਦੀ ਕਲਮ ਤੋਂ ਲਿਖਿਆ ਗਿਆ ਭੀਮ ਜੀ ਤੇਰਾ ਘਰ ਘਰ ਮਿਸ਼ਨ ਪਹੁੰਚਾਵਾਂਗੇ। ਇਸੇ ਸੰਦਰਭ ਦੇ ਵਿੱਚ ਜੋ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ 1969 ਤੋਂ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਬੁੱਧ ਧੰਮ ਦੇ ਦਾ ਪ੍ਰਸਾਰ ਕਰ ਰਹੇ ਹਨ ਪ੍ਰਚਾਰ ਕਰ ਰਹੇ ਹਨ ਅਤੇ ਆਹ ਜੋ ਲੋਟਸ TV ਵੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇਸ ਕਰਕੇ ਹੀ ਇੱਕ ਖੋਲ੍ਹਿਆ ਗਿਆ ਆ ਕਿ ਆਪਾਂ ਬਾਬਾ ਸਾਹਿਬ ਦਾ ਮਿਸ਼ਨ ਉਹ ਤਥਾਗਤ ਬੁੱਧ ਦਾ ਜੋ ਧੰਮ ਪ੍ਰਚਾਰ ਹੈ ਉਹ ਘਰ ਘਰ ਦੇ ਵਿੱਚ ਪਹੁੰਚਾਉਣਾ ਹੈ। ਅਤੇ ਮੈਂ ਇਹ ਜੋ ਸੋਹਣਾ ਰੱਤੂ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਹੀ ਸੋਹਣੇ ਮਿਸ਼ਨਰੀ ਗੀਤ ਲਿਖੇ ਹਨ ਅਤੇ ਸ਼ੁਭ ਕਾਮਨਾ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਠੀਕ ਠਾਕ ਰਹੇ। ਅਤੇ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਸਾਡੇ ਮਾਣਯੋਗ ਮੈਂਬਰ ਮੂਰਤੀ ਮੱਲ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਹੈ ਕਿ ਜੋ ਕਿ ਉਹਨਾਂ ਦਾ ਹਾਰਡ ਇਜ਼ ਲਿਮਟਿਡ ਆਈ ਵਰਕ ਵੇਅਰ ਵੂਵਹੈਂਪਟਨ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਗਈ ਹੈ ਅਤੇ ਅਸੀਂ ਮੂਰਤੀ ਮੱਲ ਜੀ ਦਾ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਦਾ ਮਿਸ਼ਨ ਦੇ ਵਿੱਚ ਬਹੁਤ ਹੀ ਯੋਗਦਾਨ ਹੈ ਅਤੇ ਸਾਡੀਆਂ ਸ਼ੁਭ ਕਾਮਨਾਵਾਂ ਕਿ ਇਸੇ ਤਰ੍ਹਾਂ ਸੁਖੀ ਅਤੇ ਨਿਰੋਗੀ ਰਹਿਣ ਅਤੇ ਇਸੇ ਤਰ੍ਹਾਂ ਬੁੱਧ ਧੰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਦੇ ਮਿਸ਼ਨ ਦੇ ਪ੍ਰਚਾਰ ਵਾਸਤੇ ਹਮੇਸ਼ਾ ਸਾਡਾ ਸਾਥ ਦਿੰਦੇ ਰਹਿਣਗੇ ਸਾਨੂੰ ਪੂਰੀ ਆਸ਼ਾ ਹੈ ਅਤੇ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਚੱਲਦੇ ਹਾਂ ਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਅੱਜ ਬਾਬਾ ਸਾਹਿਬ ਜੋ ਹੈ ਵਿਸ਼ਵ ਰਤਨ ਬਣ ਚੁੱਕੇ ਹਨ। ਦੁਨੀਆ ਭਰ ਦੇ ਲੋਕ ਜੋ ਹੈ ਬਾਬਾ ਸਾਹਿਬ ਦੀ ਜੋ ਥਿਊਰੀ ਨੂੰ ਮੰਨ ਰਹੇ ਹਨ ਅਤੇ ਇਸੇ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜੋ ਯੂਨਾਈਟਿਡ ਨੇਸ਼ਨ ਦੇ ਵਿੱਚ 13 ਅਪ੍ਰੈਲ 2016 ਨੂੰ ਪ੍ਰੋਗਰਾਮ ਯੂਨਾਈਟਿਡ ਨੇਸ਼ਨ ਦੇ ਵਿੱਚ ਮਨਾਇਆ ਗਿਆ ਹੈ ਅਤੇ ਉਹਦੇ ਵਿੱਚ ਸਾਡੇ ਮੈਂਬਰ ਮਨੋਹਰ ਵਿਰਦੀ ਜੀ ਉਹਦੇ ਵਿੱਚ ਹਾਜ਼ਰ ਸਨ ਅਤੇ ਮੈਂ ਮਨੋਹਰ ਵਿਰਦੀ ਜੀ ਉਹਨਾਂ ਦੇ ਨਾਲ ਹੁਣ ਗੱਲਬਾਤ ਕਰਾਂਗਾ ਕਿ ਉਸ ਪ੍ਰੋਗਰਾਮ ਬਾਰੇ ਵਿਰਦੀ ਸਾਹਿਬ ਮੈਂ ਤੁਹਾਡੇ ਕੋਲੋਂ ਜਾਣਕਾਰੀ ਲਵਾਂਗਾ ਕਿ ਵਿਰਦੀ ਸਾਹਿਬ ਜੋ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਬਾਬਾ ਸਾਹਿਬ ਦੀ 125ਵੀਂ ਜੋ ਜਯੰਤੀ ਮਨਾਈ ਗਈ ਹੈ ਜਿਸ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਅਤੇ ਇਹਦੇ ਬਾਰੇ ਤੁਸੀਂ ਦੱਸੋਗੇ ਕਿ ਅਸਲੀਅਤ ਵਿੱਚ ਇਹ ਕਿਹਨਾਂ ਵੱਲੋਂ ਮਨਾਈ ਗਈ ਹੈ ਇਹ ਕੀ ਪ੍ਰਾਈਵੇਟ ਆਰਗੇਨਾਈਜੇਸ਼ਨ ਵੱਲੋਂ ਮਨਾਈ ਗਈ ਹੈ ਜਾਂ ਸੰਸਥਾ ਵੱਲੋਂ ਮਨਾਈ ਗਈ ਹੈ ਜਾਂ ਕਿ ਫਿਰ ਗਵਰਨਮੈਂਟ ਵੱਲੋਂ ਮਨਾਈ ਗਈ ਹੈ ਅਤੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਪਲੀਜ਼
ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓਗੇ? ਹਾਂਜੀ ਸੁਮਨ ਜੀ, ਇੱਕ ਵਾਰੀ ਫੇਰ ਲੋਟਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ ਜੈ ਭੀਮ। ਜਿਵੇਂ ਕਿ ਸਾਥੀਓ ਆਪਾਂ ਨੂੰ ਪਤਾ ਹੈ ਵੀ ਅਪ੍ਰੈਲ ਦਾ ਔਰ ਮਈ ਦਾ ਮਹੀਨਾ ਸਾਡੇ ਸਮਾਜ ਲਈ ਬਹੁਤ ਮਹੱਤਵਪੂਰਨ ਇੰਪੋਰਟੈਂਟ ਮੰਥਸ ਹੈਗੇ ਆ। ਅਪ੍ਰੈਲ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਵਸ ਆਉਂਦਾ ਹੈਗਾ। ਉਹਨਾਂ ਦੀ ਇਸ ਸਾਲ ਉਹਨਾਂ ਦੀ 125ਵੀਂ ਐਨੀਵਰਸਰੀ ਸੀਗੀ। ਔਰ ਮਈ ਦੇ ਵਿੱਚ ਵਿਸਾਖ ਪੂਰਨਿਮਾ, ਬੁੱਧਾ ਜਯੰਤੀ, ਬੁੱਧ ਪੂਰਨਿਮਾ ਆਉਂਦੀ ਹੈਗੀ ਆ, ਜਿਹੜੇ ਕਿ ਅਸੀਂ ਲੋਟਸ ਟੀਵੀ 'ਤੇ ਪੂਰਾ ਇੱਕ ਮਹੀਨਾ 1 ਮਈ ਤੋਂ ਲੈ ਕੇ 29 ਮਈ ਤੱਕ ਮਨਾਈ ਗਈ ਹੈਗੀ। ਆਪ ਸਾਰਿਆਂ ਨਾਲ ਭਗਵਾਨ ਬੁੱਧ ਧੰਮ ਔਰ ਸੰਘ ਬਾਰੇ ਡਿਸਕਸ਼ਨ ਹੋਈ ਆ, ਪ੍ਰਚਾਰ ਪ੍ਰਸਾਰ ਹੋਇਆ। ਇਸੇ ਤਰ੍ਹਾਂ ਹੀ ਅਪ੍ਰੈਲ ਦੇ ਵਿੱਚ ਬਾਬਾ ਸਾਹਿਬ ਦਾ ਜੋ 125ਵਾਂ ਜਨਮ ਦਿਨ ਸੀਗਾ ਉਹ ਸਾਰੀ ਦੁਨੀਆ 'ਤੇ ਮਨਾਇਆ ਗਿਆ। ਔਰ ਸੁਮਨ ਜੀ, ਜਿਹੜਾ ਇਸ ਸਾਲ ਜਿਹੜੀ ਖਾਸ ਇੱਕ ਗੱਲ ਹੋਈ ਆ ਕਿ ਬਾਬਾ ਸਾਹਿਬ ਦਾ ਜਿਹੜਾ 125ਵੀਂ ਬਰਥ ਐਨੀਵਰਸਰੀ ਆ ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਮਨਾਈ ਗਈ। ਯੂਨਾਈਟਿਡ ਨੇਸ਼ਨ ਇੱਕ ਐਸੀ ਸੰਸਥਾ ਹੈਗੀ ਆ ਜਿਹਨੂੰ ਕਿ ਦੁਨੀਆ ਦੀ ਪਾਰਲੀਮੈਂਟ ਕਿਹਾ ਜਾਂਦਾ ਹੈਗਾ। ਦੁਨੀਆ ਦਾ ਹਰੇਕ ਦੇਸ਼ ਆਲਮੋਸਟ ਹਰੇਕ ਦੇਸ਼ ਉਸ ਦਾ ਮੈਂਬਰ ਹੈਗਾ। ਉਸ ਦੇ ਰੂਲਸ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਹੈਗੇ ਆ। ਬਹੁਤ ਵੱਡੀ ਸੰਸਥਾ ਹੈਗੀ ਆ ਯੂਨਾਈਟਿਡ ਨੇਸ਼ਨ। ਉਸ ਦੇ ਵਿੱਚ ਜਿਹੜਾ ਇਹ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣਾ ਇੱਕ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਈਵੈਂਟ ਸੀਗੀ। ਤਾਂ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਇਹ ਮਨਾਇਆ ਕਿਹਨਾਂ ਵੱਲੋਂ ਗਿਆ, ਐਕਚੁਅਲੀ ਇਹ ਬੋਥ ਪ੍ਰਾਈਵੇਟ ਐਂਡ ਗਵਰਨਮੈਂਟ ਦੋਨਾਂ ਵੱਲੋਂ ਮਨਾਇਆ ਗਿਆ। ਜਿਹੜੀਆਂ ਮੇਨ ਸੰਸਥਾਵਾਂ ਆਰਗੇਨਾਈਜ਼ਰ ਸੀਗੀਆਂ ਇਸ ਪ੍ਰੋਗਰਾਮ ਨੂੰ ਯੂਨਾਈਟਿਡ ਨੇਸ਼ਨ ਵਿੱਚ ਮਨਾਉਣ ਲਈ, ਉਹਨਾਂ ਵਿੱਚੋਂ ਸੀ ਫਾਊਂਡੇਸ਼ਨ ਫਾਰ ਹਿਊਮਨ ਹੋਰਾਈਜ਼ਨ, ਦੂਸਰੀ ਸੀ ਬੇਗਮਪੁਰਾ ਕਲਚਰ ਸੁਸਾਇਟੀ ਆਫ ਨਿਊਯਾਰਕ, ਅਤੇ ਤੀਸਰੀ ਸੀ ਕਲਪਨਾ ਸਰੋਜ ਜੀ ਦੀ ਫਾਊਂਡੇਸ਼ਨ, ਕਲਪਨਾ ਸਰੋਜ ਫਾਊਂਡੇਸ਼ਨ। ਇਹ 3 ਮੇਨ ਸੰਸਥਾਵਾਂ ਸੀਗੀਆਂ। ਇਹ ਪ੍ਰਾਈਵੇਟ ਤੌਰ 'ਤੇ ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਮੈਨੇਜ ਕੀਤਾ, ਆਰਗੇਨਾਈਜ਼ ਕੀਤਾ। ਔਰ ਚੌਥੀ ਇਹਦੇ ਵਿੱਚ ਸੰਸਥਾ ਸੀ ਗਵਰਨਮੈਂਟ ਆਫ ਇੰਡੀਆ, ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦਾ ਸਪੋਂਸਰਡ ਅਫੀਸ਼ੀਅਲ ਪ੍ਰੋਗਰਾਮ ਸੀਗਾ, ਜਿਸ ਨੂੰ ਕਿ PMI ਉੱਥੇ ਗਵਰਨਮੈਂਟ ਆਫ ਇੰਡੀਆ ਦਾ ਆਫਿਸ ਹੈਗਾ, ਪਰਮਾਨੈਂਟ ਮਿਸ਼ਨ ਆਫ ਇੰਡੀਆ ਟੂ ਦਾ ਯੂਨਾਈਟਿਡ ਨੇਸ਼ਨਸ। ਇੱਕ ਤਾਂ ਇੰਡੀਅਨ ਐਮਬੈਸੀ ਹੁੰਦੀ ਆ, ਐਮਬੈਸਡਰ ਹੁੰਦਾ ਆ ਹਰੇਕ ਕੰਟਰੀ ਦੇ ਵਿੱਚ, ਪਰ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਕਿਉਂਕਿ ਯੂਨਾਈਟਿਡ ਨੇਸ਼ਨ ਉੱਥੇ ਹੈੱਡ ਆਫਿਸ ਹੈਗਾ, ਹਰੇਕ ਕੰਟਰੀ ਦਾ ਉਹ ਉੱਥੇ ਪਰਮਾਨੈਂਟ ਮਿਸ਼ਨ ਆ, ਉਹ ਐਮਬੈਸੀ ਨਾਲੋਂ ਅਲੱਗ ਹੈਗਾ। ਤਾਂ ਇਹ ਚੌਥੀ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ 'ਤੇ ਜਿਹੜਾ ਇਹ ਪਾਰਟੀਸਪੇਟ ਕੀਤਾ ਸੀ, ਆਰਗੇਨਾਈਜ਼ ਕੀਤਾ ਸੀ, ਉਹ ਪਰਮਾਨੈਂਟ ਮਿਸ਼ਨ ਆਫ ਇੰਡੀਆ ਯੂਨਾਈਟਿਡ ਨੇਸ਼ਨਸ ਇਨ ਯੂਨਾਈਟਿਡ ਨੇਸ਼ਨ, ਜਿਹਦੇ ਹੈੱਡ ਹੈਗੇ ਆ ਮਿਸਟਰ ਅਕਬਰੂਦੀਨ, IFS ਆਫਿਸਰ ਹੈਗੇ ਆ, ਉਹ ਫਸਟ ਸੈਕਟਰੀ ਹੈਗੇ ਆ ਪਰਮਾਨੈਂਟ ਮਿਸ਼ਨ ਆਫ ਇੰਡੀਆ ਦੇ। ਇਹ 3 ਸੰਸਥਾਵਾਂ ਸੀਗੀਆਂ। ਇਹਨਾਂ ਵਿੱਚੋਂ ਜਿਹੜੇ ਮੇਨ ਕਰਤਾ ਧਰਤਾ ਸੀਗੇ, ਜਿਨ੍ਹਾਂ ਨੇ ਦਿਨ ਰਾਤ ਇੱਕ ਕੰਮ ਕਰਕੇ ਕੋਸ਼ਿਸ਼ ਕੀਤੀ, ਮਹਾਰਾਸ਼ਟਰ ਤੋਂ ਇੱਕ ਲੜਕਾ ਹੈ ਦਲੀਪ ਮਸਕੇ, ਡਾਕਟਰ PhD ਹੈਗੇ, ਉਹ ਸਾਥੀ ਬੜੇ ਯੰਗ ਐਨਰਜੈਟਿਕ ਸਾਥੀ ਹੈਗੇ ਮਹਾਰਾਸ਼ਟਰ ਤੋਂ, ਦਲੀਪ ਮਸਕੇ ਜੀ। ਦੂਸਰੇ ਪੰਜਾਬ ਤੋਂ ਜਲੰਧਰ ਤੋਂ ਹੀ ਹਰਦੇਵ ਸਹਾਏ, ਇਹ ਵੀ ਬੇਗਮਪੁਰਾ ਕਲਚਰ ਸੁਸਾਇਟੀ ਨਿਊਯਾਰਕ ਦੇ ਫਾਊਂਡਰ ਹੈਗੇ ਆ, ਵਰਕਰ ਹੈਗੇ ਆ। ਔਰ ਤੀਸਰੇ ਸੀ ਮਿਸਟਰ ਪ੍ਰਿਥੀਪਾਲ ਬੰਗੜ, ਉਹ ਵੀ ਜਲੰਧਰ ਤੋਂ ਹੈਗੇ ਆ। ਇਹ 3 ਜਿਹੜੇ ਆਰਗੇਨਾਈਜ਼ਰ ਸੀਗੇ, ਇਹ 3 ਸੰਸਥਾਵਾਂ ਸੀਗੀਆਂ ਪਲੱਸ ਗਵਰਨਮੈਂਟ ਆਫ ਇੰਡੀਆ, ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਹੈਗਾ ਬਾਬਾ ਸਾਹਿਬ ਦਾ ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਆਰਗੇਨਾਈਜ਼ ਕੀਤਾ। ਇਹਦਾ ਮਤਲਬ ਹੈ ਗਵਰਨਮੈਂਟ ਆਫ ਇੰਡੀਆ ਨੇ ਇਹਦਾ ਮਤਲਬ ਉਹਦੇ ਵਿੱਚ ਉਹਨਾਂ ਦਾ ਵੀ ਸੀ ਕਿ ਉਹਨਾਂ ਨੇ ਇਹਨੂੰ ਰਿਕਮੈਂਡ ਕੀਤਾ, ਬਿਲਕੁਲ ਸਪਾਂਸਰ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਵੱਲੋਂ। ਲੇਕਿਨ ਉਹਦੇ ਵਿੱਚ ਮੈਂ ਇਹਨਾਂ ਸਾਰੀਆਂ ਸੰਸਥਾਵਾਂ ਔਰ ਉਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਮਿਹਨਤ ਦੇ ਨਾਲ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ। ਥੈਂਕ ਯੂ ਵਿਰਦੀ ਸਾਹਿਬ। ਅਤੇ ਜਿਸ ਤਰ੍ਹਾਂ ਕਿ ਵਿਰਦੀ ਸਾਹਿਬ ਤੁਸੀਂ ਇਹ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਗਏ ਹੋ, ਅਤੇ ਉੱਥੇ ਮਤਲਬ ਇਸ ਤਰ੍ਹਾਂ ਦਾ ਕਿ ਸਾਰੇ ਮੁਲਕਾਂ ਦੇ ਵਿੱਚ ਮਤਲਬ ਦੇਸ਼ ਭਰ ਦੇ ਵਿੱਚ ਆਪਣੇ ਇੰਡੀਆ 'ਚ ਵੀ ਮਤਲਬ ਸ਼ਹਿਰਾਂ ਦੇ ਵਿੱਚ, ਰਾਜਾਂ ਦੇ ਵਿੱਚ, ਪਿੰਡਾਂ ਦੇ ਵਿੱਚ ਮਨਾਇਆ ਜਾ ਰਿਹਾ, ਅਤੇ ਇੱਥੇ ਵੀ ਜੋ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਮਨਾਇਆ ਗਿਆ ਆ, ਅਤੇ ਇਹਦਾ ਵਿਅਕਤੀਗਤ ਤੁਹਾਡਾ ਕੀ ਮਤਲਬ ਉਹਦਾ ਤਜਰਬਾ ਹੋਇਆ ਕਿ ਬਈ ਤੁਹਾਨੂੰ ਕੀ ਮਹਿਸੂਸ ਹੋਇਆ ਉੱਥੇ ਜਾ ਕੇ ਕਿ ਇਹ ਉਸ ਪ੍ਰੋਗਰਾਮ ਬਾਰੇ ਥੋੜ੍ਹੀ ਹੋਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓਗੇ ਪਲੀਜ਼? ਹਾਂਜੀ ਸੁਮਨ ਜੀ, ਤੁਸੀਂ ਦੱਸਿਆ ਪਰਸਨਲ ਐਕਸਪੀਰੀਅੰਸ ਕੀ ਹੋਇਆ। ਪਿਛਲੇ ਜਦ ਦੀ ਸੁਰਤ ਸੰਭਾਲੀ ਕਹਿ ਲਓ ਵੀ ਯੂਨੀਵਰਸਿਟੀ ਲੈਵਲ ਤੋਂ ਬਾਬਾ ਸਾਹਿਬ ਦੇ ਮਿਸ਼ਨ ਵਿੱਚ ਆਏ ਹਾਂ, ਮਾਨਵਰ ਕਾਂਸ਼ੀ ਰਾਮ ਜੀ ਦੀ ਮੂਵਮੈਂਟ ਤੋਂ, ਉਦੋਂ ਤੋਂ ਲੈ ਕੇ ਬਾਮਸਾ ਦੇ ਵਿੱਚ ਬਾਬਾ ਸਾਹਿਬ ਦੇ ਨਾਲ ਮਿਸ਼ਨ ਨਾਲ ਅਟੈਚ ਹੋਏ ਹਾਂ। ਤਾਂ ਜਦ ਇੰਗਲੈਂਡ ਵੀ ਆਏ ਹੈਗੇ ਆ, ਤਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹੈਗੇ ਆ ਹਰੇਕ ਆਪਣੇ ਸ਼ਹਿਰ ਦੇ ਵਿੱਚ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ, ਹੋਰ ਸੰਸਥਾਵਾਂ ਇੰਗਲੈਂਡ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਮਨਾਉਂਦੀਆਂ ਹੈਗੀਆਂ। ਬੜੀ ਦੇਰ ਤੋਂ
ਪ੍ਰੋਗਰਾਮ ਬਾਬਾ ਸਾਹਿਬ ਦੇ ਇੱਥੇ ਵੀ ਇੰਡੀਆ ਵੀ ਪਾਰਟਿਸਿਪੇਟ ਕੀਤਾ ਹੈਗਾ ਜੀ ਜਲੰਧਰ ਵੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਦੇਖੇ ਹੈਗੇ ਆ ਮਹਾਰਾਸ਼ਟਰ ਵਿੱਚ ਵੀ ਦੇਖੇ ਹੈਗੇ ਆ ਜੀ ਪਰ ਜਿਹੜਾ ਯੂਨਾਈਟਿਡ ਨੇਸ਼ਨ ਦਾ ਪ੍ਰੋਗਰਾਮ ਜਾਣ ਦਾ ਮੌਕਾ ਮਿਲਿਆ ਇਹਦਾ ਆਪਣਾ ਹੀ ਇੱਕ ਤਜਰਬਾ ਸੀਗਾ ਸਾਰੀ ਕਿਉਂਕਿ ਕਾਫੀ ਦੇਰ ਸਕੂਲ ਯੂਨੀਵਰਸਿਟੀ ਦੇ ਵਿੱਚ ਲਗਾਏ ਹੈਗੇ ਤਾਂ ਯੂਨਾਈਟਿਡ ਨੇਸ਼ਨ ਨੂੰ ਕਿਉਂਕਿ ਬੀਇੰਗ ਅ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹੋਣ ਦੇ ਕਰਕੇ ਯੂਨਾਈਟਿਡ ਨੇਸ਼ਨ ਦੀ ਬਹੁਤ ਸਟੱਡੀ ਕਰਨ ਦਾ ਮੌਕਾ ਮਿਲਿਆ ਜੀ ਯੂਨਾਈਟਿਡ ਕੌਣ ਆ ਇਹਦੇ ਕਿੰਨੇ ਮੈਂਬਰ ਹੁੰਦੇ ਆ ਕਿੰਨੇ ਪਰਮਾਨੈਂਟ ਮੈਂਬਰ ਆ ਸਿਕਿਉਰਿਟੀ ਕਾਉਂਸਲ ਦੇ ਕਿੰਨੇ ਨੋਨ ਪਰਮਾਨੈਂਟ ਆ ਕਿੰਨੇ ਦਾ ਵੀਟੋ ਪਾਵਰ ਹੈ ਬਹੁਤ ਦੇ ਬਾਰੇ ਪੜ੍ਹਿਆ ਪਰ ਜ਼ਿੰਦਗੀ 'ਚ ਇਹਦੇ ਕਦੀ ਹੈ ਨਾ ਇਨਸਾਈਡ ਜਾਣ ਦਾ ਮੌਕਾ ਨਹੀਂ ਮਿਲਿਆ ਕਦੀ ਸੋਚਿਆ ਵੀ ਨਹੀਂ ਸੀ ਵੀ ਇੱਥੇ ਯੂਨਾਈਟਿਡ ਨੇਸ਼ਨ ਦੇ ਵਿੱਚ ਐਂਟਰ ਹੋਵਾਂਗੇ ਕਦੀ ਜਾਵਾਂਗੇ ਉਹ ਵੀ ਬਾਬਾ ਸਾਹਿਬ ਦਾ ਜਨਮ ਦਿਨ ਉੱਥੇ ਮਨਾਵਾਂਗੇ ਕਦੀ ਨਹੀਂ ਸੋਚਿਆ ਸੀ ਇੱਕ ਮਿਰੇਕਲ ਜਿਸ ਤਰ੍ਹਾਂ ਹੋਇਆ ਹੈ ਖਾਸੀਅਤ ਨਹੀਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ ਆ ਕਿ ਅੱਜ ਆਪਾਂ ਨੂੰ ਮੌਕਾ ਮਿਲਿਆ ਯੂਨਾਈਟਿਡ ਨੇਸ਼ਨ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦਾ ਜਿੱਥੇ ਤੁਸੀਂ ਸ਼ਿਰਕਤ ਕੀਤੀ ਬਹੁਤ ਵੱਡੀ ਚਾਂਸ ਹੈਗਾ ਬਾਬਾ ਸਾਹਿਬ ਦੀ ਕਿਰਪਾ ਨਾਲ ਬਲੇਸਿੰਗਸ ਦੇ ਨਾਲ ਹੋਇਆ ਮੌਕਾ ਮਿਲਿਆ ਇਹ ਸੁਮਨ ਸਾਹਿਬ ਜਿਹੜਾ ਉਹਦੇ ਐਂਟਰ ਕੀਤਾ ਜਿਹੜਾ ਉਹਦਾ ਹਾਲ ਸੀਗਾ ਜਿਹੜਾ ਐਡੀਟੋਰੀਅਮ ਸੀਗਾ ਜੀ ਉੱਥੇ ਸੀਟਿੰਗ ਅਰੇਂਜਮੈਂਟ ਹੀ ਬਿਲਕੁਲ ਡਿਫਰੈਂਟ ਸੀਗੇ ਕਿਉਂਕਿ ਉੱਥੇ ਬੜੇ ਬੜੇ ਅੰਬੈਸਡਰਸ ਡਿਪਲੋਮੈਟਸ ਮਿਨਿਸਟਰਸ ਪ੍ਰੈਜ਼ੀਡੈਂਟ ਜਾਂਦੇ ਹੈਗੇ ਪ੍ਰਾਈਮ ਮਿਨਿਸਟਰ ਜਾਂਦੇ ਹੈਗੇ ਆ ਉਹ ਜਨਰਲ ਅਸੈਂਬਲੀ ਦਾ ਹਾਲ ਤਾਂ ਡਿਫਰੈਂਟ ਸੀਗਾ ਇਹ ਹਾਲ ਡਿਫਰੈਂਟ ਸੀਗਾ ਉਹਦਾ ਸੀਟਿੰਗ ਅਰੇਂਜਮੈਂਟ ਐਸਾ ਸੀਗਾ ਵੀ ਹਰੇਕ ਸੀਟ ਦੇ ਮੋਹਰੇ ਮਾਈਕ ਲੱਗਾ ਸੀਗਾ ਉੱਥੋਂ ਬੈਠੀ ਤੁਸੀਂ ਆਪਣੀ ਗੱਲ ਕਰ ਸਹੀ ਟਰਾਂਸਲੇਟਰ ਦੀ ਮਸ਼ੀਨ ਸੀਗੀ ਕਿਸੇ ਵੀ ਲੈਂਗੁਏਜ ਕੋਈ ਬੋਲਦਾ ਹੈਗਾ ਉਹ ਟਰਾਂਸਲੇਟ ਕਰਕੇ ਤੁਸੀਂ ਉਹ ਆਪਣਾ ਕਰ ਸਕਦੇ ਹੈਗੇ ਆ ਤਾਂ ਕਿਉਂਕਿ ਉੱਥੇ ਆਫੀਸਰ ਅੰਬੈਸਡਰ ਮਿਨਿਸਟਰ ਜਾਂਦੇ ਆ ਉਹਦਾ ਨਾਲ ਪਰਸਨ ਸਟਾਫ ਵੀ ਹੁੰਦਾ ਉਹਨਾਂ ਦੇ ਪੀਏ ਹੁੰਦੇ ਆ ਸੈਕਟਰੀ ਹੁੰਦੇ ਆ ਉਹਨਾਂ ਦੇ ਨਾਲ ਦੋ ਸੀਟਾਂ ਉਹਨਾਂ ਦੇ ਨਾਲ ਅਟੈਚ ਕੀਤੀਆਂ ਸੀ ਤੇ ਜਿਹੜਾ ਉਹਨਾਂ ਦਾ ਸਟਾਫ ਹੈਗਾ ਉਹ ਵੀ ਬੈਠ ਸਕੇ ਉਹਨਾਂ ਦਾ ਸੀਟਿੰਗ ਅਰੇਂਜਮੈਂਟ ਹੀ ਇੰਨਾ ਵਧੀਆ ਸੀ ਯੂਨਾਈਟਿਡ ਨੇਸ਼ਨ ਦਾ ਬਈ ਉਹ ਕਿਤੇ ਹੋਰ ਦੁਨੀਆ ਤੇ ਨਹੀਂ ਦੇਖਣ ਨੂੰ ਮਿਲਿਆ ਕਮ ਸੇ ਕਮ ਮੈਨੂੰ ਤਾਂ ਨਹੀਂ ਹੋਰ ਕਿਤੇ ਯੂਰਪੀਅਨ ਪਾਰਲੀਮੈਂਟਸ ਹੋ ਸਕਦਾ ਕਿਤੇ ਉੱਥੇ ਮੌਕਾ ਨਹੀਂ ਮਿਲਿਆ ਪਰ ਬਹੁਤ ਅੱਛਾ ਉਹਨਾਂ ਦਾ ਸੀਗਾ ਇੱਕ ਇੱਦਾਂ ਲੱਗਦਾ ਸੀ ਵੀ ਅਸੀਂ ਕਿਸੇ ਅਰਥ ਤੇ ਨਹੀਂ ਆ ਕਿਸੇ ਹੋਰ ਹੀ ਪਲੈਨਟ ਤੇ ਅਸੀਂ ਬੈਠੇ ਆ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਫਿਲਮ ਚੱਲ ਰਹੀ ਹੈਗੀ ਆ ਇੱਕ ਬੜੀ ਅੱਛੀ ਡਾਕੂਮੈਂਟਰੀ ਵੀ ਦਿਖਾਈ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਹੈਗੀ ਆ ਬਹੁਤ ਅੱਛਾ ਐਕਸਪੀਰੀਅੰਸ ਹੈਗਾ ਬਹੁਤ ਹੀ ਖੁਸ਼ੀ ਹੋਈ ਦੇਖ ਕੇ ਤਾਂ ਹਾਲਾਂਕਿ ਇੱਥੇ ਦੇ ਪ੍ਰੋਗਰਾਮ ਇੰਗਲੈਂਡ ਦੇ ਮਿਸ ਕਰਨੇ ਪਏ ਪਰ ਜੋ ਉੱਥੇ ਅਚੀਵ ਕੀਤਾ ਹੈਗਾ ਉਹ ਤਾਂ ਦੇਖ ਕੇ ਉਹ ਕੋਈ ਐਸਾ ਗੁੱਡ ਐਕਸਪੀਰੀਅੰਸ ਹੈਗਾ ਵੀ ਸਾਥੀਓ ਮਤਲਬ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੀ ਖੁਸ਼ੀ ਸੀ ਇੰਨਾ ਚਾਅ ਸੀ ਯੂਨਾਈਟਿਡ ਨੇਸ਼ਨ ਦੇ ਵਿੱਚ ਜਾਣ ਦਾ ਔਰ ਬਾਬਾ ਸਾਹਿਬ ਦਾ ਜਨਮ ਉੱਥੇ ਮਨਾ ਰਹੇ ਸੀ ਉਦੋਂ ਵੀ ਜ਼ਿਆਦਾ ਇਹ ਖੁਸ਼ੀ ਸੀ ਇਸ ਤਰ੍ਹਾਂ ਦਾ ਉੱਥੇ ਐਕਸਪੀਰੀਅੰਸ ਹੋਇਆ ਉਹਦੇ ਵਿੱਚ ਹੋਰ ਗਾਂ ਤੁਸੀਂ ਪੁੱਛੋਗੇ ਕੁਝ ਤਾਂ ਬਹੁਤ ਥੈਂਕ ਯੂ ਵੀਰ ਜੀ ਸਾਹਿਬ ਦੇਖੋ ਕਿ ਅੱਜ ਜਿਸ ਤਰ੍ਹਾਂ ਕਹਿੰਦੇ ਆ ਕਿ ਬਾਬਾ ਸਾਹਿਬ ਇੱਕ ਵਿਸ਼ਵ ਰਤਨ ਬਣ ਚੁੱਕੇ ਆ ਕਿ ਜਿਹੜਾ ਆਪਾਂ ਗਾਣਾ ਵੀ ਲਾਇਆ ਕਿ ਘਰ ਘਰ ਮਿਸ਼ਨ ਪੜਾਵਾਂਗੇ ਹੁਣ ਤਾਂ ਸਾਰੇ ਸੰਸਾਰ ਦੇ ਵਿੱਚ ਬਾਬਾ ਸਾਹਿਬ ਦਾ ਮਿਸ਼ਨ ਜੋ ਹੈ ਉਹ ਫੈਲ ਰਿਹਾ ਆ ਤੇ ਉਹਨਾਂ ਸਾਰਿਆਂ ਕਾਰਜਕਰਤਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਸ ਤਰ੍ਹਾਂ ਬਹੁਤ ਸੋਹਣਾ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਦੱਸਿਆ ਆਪਣੇ ਬਿਰਦੀ ਜੀ ਤੇ ਦੂਸਰਾ ਮੇਰਾ ਇੱਕ ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗਾ ਕਿ ਇੱਕ ਪ੍ਰੋਗਰਾਮ ਦੇ ਵਿੱਚ ਦੁਨੀਆ ਭਰ ਤੋਂ ਵੱਖ-ਵੱਖ ਬੁਲਾਰਿਆਂ ਨੇ ਭਾਗ ਲਿਆ ਜੀ ਤੇ ਉਹਨਾਂ ਬਾਰੇ ਤੁਸੀਂ ਦੱਸੋਗੇ ਕਿ ਉੱਥੇ ਜੋ ਮੇਨ ਸਪੀਕਰ ਕੌਣ ਸਨ ਤੇ ਉਹਨਾਂ ਦੇ ਕੀ ਵਿਚਾਰ ਸਨ ਉੱਥੇ ਕੀ ਵਿਚਾਰ ਹਾਂਜੀ ਸੁਮਨ ਜੀ ਜਿਹੜੇ ਕਿ ਇਹਦੇ ਵਿੱਚ ਲਗਭਗ 550 ਲੋਕ ਸ਼ਾਮਲ ਹੋਏ 550 ਲੋਕ ਇਹਦੇ ਵਿੱਚ ਸ਼ਾਮਲ ਹੋਏ ਹੈਗੇ ਆ ਜੀ ਤਾਂ ਜਿਹਦੇ ਵਿੱਚੋਂ ਮੇਨ ਗੈਸਟ ਜਿਹੜੇ ਸੀਗੇ ਸਪੀਕਰ ਸੀਗੇ ਪਦਮ ਸ਼੍ਰੀ ਕਲਪਨਾ ਸਰੋਜ ਜੀ ਜਿਹੜੇ ਇੰਡੀਆ ਤੋਂ ਇੱਕ ਬਿਜ਼ਨਸ ਵੂਮਨ ਹੈਗੇ ਆ ਸਾਡੇ ਬਹੁਜਨ ਸਮਾਜ ਦੇ ਬਹੁਤ ਅੱਛੇ ਬਿਜ਼ਨਸ ਪਰਸਨ ਹੈਗੇ ਆ ਕਲਪਨਾ ਸਰੋਜ ਜੀ ਔਰ ਚਰਨਜੀਤ ਸਿੰਘ ਅਟਵਾਲ MLA ਜਿਹੜੇ ਕਿ ਪੰਜਾਬ ਅਸੈਂਬਲੀ ਦੇ ਸਪੀਕਰ ਹੈਗੇ ਮੌਜੂਦਾ ਸਪੀਕਰ ਹੈਗੇ ਆ ਉਹ ਚੀਫ ਗੈਸਟ ਪੈਨਲ ਦੇ ਵਿੱਚੋਂ ਸੀ ਔਰ ਅਟਵਾਲ ਸਾਹਿਬ ਲੋਕ ਸਭਾ ਦੇ ਵੀ ਡਿਪਟੀ ਸਪੀਕਰ ਰਹਿ ਚੁੱਕੇ ਹੈਗੇ ਆ ਬੜੇ ਲਰਨਡ ਪੋਲੀਟੀਸ਼ੀਅਨ ਹੈਗੇ ਆ ਬਾਬਾ ਸਾਹਿਬ ਦੇ ਬੜੇ ਸ਼ਰਧਾਲੂ ਹੈਗੇ ਆ ਬੜੇ ਉਹਨਾਂ ਦੇ ਫਾਲੋਅਰ ਹੈਗੇ ਆ ਅਟਵਾਲ ਸਾਹਿਬ ਇਹਨਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਐਕਸ ਪ੍ਰਾਈਮ ਮਿਨਿਸਟਰ ਵੀ ਲੇਡੀ ਹੈਗੇ ਉਹ ਵੀ ਉੱਥੇ ਆਏ ਸੀ ਉਹ ਵੀ ਗੈਸਟ ਸਪੀਕਰ ਸੀਗੇ ਫਿਰ ਸੈਯਦ ਅਕਬਰਉদ্ਦੀਨ IFS ਜਿਹੜੇ ਕਿ ਪਰਮਾਨੈਂਟ ਮਿਸ਼ਨ ਆਫ ਇੰਡੀਆ ਦੇ ਯੂਨਾਈਟਿਡ ਨੇਸ਼ਨ ਜਿਹੜੇ ਚੀਫ ਹੈਗੇ ਆ ਇਹਨਾਂ ਤੋਂ ਇਲਾਵਾ ਪ੍ਰੋਫੈਸਰ ਅਨੁਪਮਾ ਰਾਓ ਆਪਣੇ ਇੰਡੀਅਨ ਕੁੜੀ ਲੜਕੀ ਹੈਗੀ ਆ ਉਹਨਾਂ ਦਾ ਗੈਸਟ ਸਪੀਕਰ ਸੀਗੇ ਕੋਲੰਬੀਆ ਯੂਨੀਵਰਸਿਟੀ ਤੋਂ ਪ੍ਰੋਫੈਸਰ ਕ੍ਰਿਸਟੋਫਰ ਕੁਈਨ ਸੀਗੇ ਉਹਨਾਂ ਨੇ ਬਾਬਾ ਸਾਹਿਬ ਤੇ ਦਿੱਤਾ ਫਿਰ ਪ੍ਰੋਫੈਸਰ ਸਟਾਨ ਕਾਂਚੋਸਕੀ ਸੀਗੇ ਇਹ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਵੀ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ
ਇਹਨਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਬਾਬਾ ਸਾਹਿਬ ਦੇ ਜੋ ਹਿਊਮਨ ਰਾਈਟਸ ਬਾਰੇ ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ, ਭਾਰਤ ਦੀ ਡੈਮੋਕ੍ਰੇਸੀ ਬਾਰੇ ਜੋ ਬਾਬਾ ਸਾਹਿਬ ਦਾ ਸੀਗਾ ਯੋਗਦਾਨ, ਉਹਦੇ ਬਾਰੇ ਇਹਨਾਂ ਪ੍ਰੋਫੈਸਰਸ ਨੇ ਦੱਸਿਆ। ਔਰ ਅਟਵਾਲ ਸਾਹਿਬ ਨੇ ਤਾਂ ਡਿਮਾਂਡ ਕੀਤੀ ਸੀ ਆਪਣੇ ਲੈਕਚਰ ਦੇ ਵਿੱਚ ਵੀ ਇਹ ਜਿਹੜਾ ਡੇ ਹੈਗਾ ਇੰਟਰਨੈਸ਼ਨਲ ਲੈਵਲ 'ਤੇ ਇਹ ਹਿਊਮਨ ਰਾਈਟ ਡੇ ਦੇ ਤੌਰ 'ਤੇ ਡਿਕਲੇਅਰ ਕਰਨਾ ਚਾਹੀਦਾ ਹੈਗਾ, ਯੂਨਾਈਟਿਡ ਨੇਸ਼ਨ ਨੂੰ ਇੱਕ ਰੈਜ਼ੋਲੂਸ਼ਨ ਪਾਸ ਕਰਨਾ ਚਾਹੀਦਾ। ਤਾਂ ਕਲਪਨਾ ਸਰੋਜ ਨੇ ਵੀ ਆਪਣੇ ਜਿਹੜੀ ਉਹਨਾਂ ਦੀ ਫਾਊਂਡੇਸ਼ਨ ਹੈਗੀ ਆ ਉਹਦੇ ਬਾਰੇ ਦੱਸਿਆ, ਜੋ ਉਹਨਾਂ ਦਾ ਯੋਗਦਾਨ ਹੈਗਾ ਉਹਦੇ ਬਾਰੇ ਦੱਸਿਆ। ਇਹ ਜਿਹੜੇ ਗੈਸਟ ਸਪੀਕਰ ਜਾਂ ਹੋਰ ਸਪੀਕਰ, ਇਹਨਾਂ ਤੋਂ ਇਲਾਵਾ ਹੋਰ ਵੀ ਸਾਰੇ ਦੁਨੀਆ ਦੇ ਅਲੱਗ-ਅਲੱਗ ਮੁਲਕਾਂ 'ਚੋਂ ਆਏ ਲੋਕ, ਇੰਡੀਆ ਤੋਂ ਕਲਪਨਾ ਜੀ ਸਰੋਜ ਜਿਵੇਂ ਦੱਸਿਆ, ਡਾਕਟਰ ਮਨੀਸ਼ਾ ਬੰਗੜ ਆਏ, ਮਿਸਟਰ PK ਚੌਧਰੀ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੈਗੇ, ਆਲ ਇੰਡੀਆ ਸ਼ਡਿਊਲਡ ਕਾਸਟ ਸ਼ਡਿਊਲਡ ਟਰਾਈਬ SC ST BC ਦੇ ਚੇਅਰਮੈਨ ਹੈਗੇ ਆ, ਗਵਰਨਮੈਂਟ ਆਫ ਇੰਡੀਆ EMPLOYEES ਫੈਡਰੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੈਗੇ ਆ। ਅਮਰੀਕਾ ਤੋਂ, ਹੋਰ ਸਟੇਟਸ ਤੋਂ, ਹਾਊਸਟਨ ਤੋਂ ਆਪਣੇ ਹੰਸਰਾਜ ਮਹਿਮੀ ਜੀ ਦੇ ਬ੍ਰਦਰ ਆਏ ਸੀ, ਮਹਿਮੀ ਜੀ। ਕੈਨੇਡਾ ਤੋਂ, ਟੋਰਾਂਟੋ ਤੋਂ ਆਨੰਦ ਬਾਲੀ ਹੁਣੀ ਆਏ, ਮਹਿੰਦਰ ਸੱਲਨ ਹੁਣੀ ਆਏ। ਉਸ ਤੋਂ ਇਲਾਵਾ ਕੈਲਗਰੀ ਤੋਂ ਕਰਮਚੰਦ ਬਿਰਦੀ ਹੁਣੀ ਆਏ ਹੈਗੇ ਆ। ਔਰ ਵੈਨਕੂਵਰ ਤੋਂ ਸੁਤੇ ਪ੍ਰਕਾਸ਼ ਜੀ ਜਿਹੜੇ ਕਿ ਕਮਲੇਸ਼ ਹੀਰ ਦੇ ਬ੍ਰਦਰ ਸੌਰੀ ਹਸਬੈਂਡ ਹੈਗੇ ਆ, ਸੁਤੇ ਪ੍ਰਕਾਸ਼ ਜੀ। ਕਮਲੇਸ਼ ਹੀਰ ਹੁਣੀ ਤਾਂ ਨਹੀਂ, ਉਹਨਾਂ ਦੇ ਘਰ ਡਿਊਟੀ ਸੀਗੀ, ਨਹੀਂ ਆ ਸਕਦੇ, ਉਹਨਾਂ ਦੇ ਹਸਬੈਂਡ ਸੁਤੇ ਪ੍ਰਕਾਸ਼ ਜੀ ਆਏ ਹੈਗੇ ਆ। ਔਰ ਇੰਡੀਆ ਤੋਂ ਏਅਰ ਇੰਡੀਆ ਦੇ ਸਟਾਫ ਬਹੁਤ ਆਇਆ ਜੀ। ਏਅਰ ਇੰਡੀਆ ਦੇ ਲਗਭਗ ਕੋਈ 15-20 ਜਿਹੜੇ EMPLOYEES ਆਏ ਹੈਗੇ ਆ, ਔਰ ਇੰਨੇ ਸ਼ਾਰਟ ਟਾਈਮ ਲਈ ਆਏ ਹੈਗੇ ਆ ਕਿਉਂਕਿ ਉਹਨਾਂ ਦਾ ਏਅਰ ਫ੍ਰੀ ਹੁੰਦਾ, ਟਿਕਟ ਉਹਨਾਂ ਦੀ ਫ੍ਰੀ ਹੁੰਦੀ ਆ। ਉਹ ਇੱਕ ਰਾਤ ਲਈ ਆਏ ਹੈਗੇ ਆ। ਪ੍ਰੋਗਰਾਮ ਜਿੱਦਣ ਆਇਆ 13 ਅਪ੍ਰੈਲ ਨੂੰ ਸਵੇਰੇ ਪਹੁੰਚੇ, ਪ੍ਰੋਗਰਾਮ ਦੇਖਿਆ, ਰਾਤ ਉੱਥੇ ਰਹੇ, ਦੂਸਰੇ ਦਿਨ ਵਾਪਸ ਚਲੇ ਗਏ ਫਲਾਈਟ ਦੇ ਵਿੱਚ। ਉਹਨਾਂ ਨੇ ਇੰਨਾ ਟਾਈਮ ਆਪਣੀ ਛੁੱਟੀ ਦੇ ਆਪਣਾ ਨਾਈਟ ਸਟੇ ਇੱਥੇ ਕੀਤਾ ਤਾਂ ਪ੍ਰੋਗਰਾਮ ਦੇਖ ਕੇ ਬਾਬਾ ਸਾਹਿਬ ਇੰਨਾ ਸ਼ਰਧਾ ਸੀ ਵੀ ਇੱਕ ਦਿਨ ਲਈ ਦੇਖ ਲਓ ਆਏ, ਇੱਕ ਦਿਨ ਲਈ ਉਹ ਆਏ ਹੈਗੇ। ਤਾਂ ਉਹਨਾਂ ਨੇ ਬੜਾ ਜੈ ਬਿਰਦੀ ਵੈਨਕੂਵਰ ਤੋਂ ਆਏ ਹੈਗੇ ਆ, ਕੈਲਗਰੀ ਤੋਂ ਹੋਰ ਕਾਫੀ ਲੋਕ ਹੈਗੇ ਆ। ਤਾਂ ਬਹੁਤ ਅਲੱਗ-ਅਲੱਗ ਸਟੇਟਾਂ ਤੋਂ ਆਏ ਲੋਕ, ਹਰਿਆਣੇ ਤੋਂ ਵੀ ਆਏ ਸੀ, ਪੰਜਾਬ ਤੋਂ ਵੀ, ਔਰ ਇੰਗਲੈਂਡ ਦੇ ਵਿੱਚੋਂ। ਹਾਲਾਂਕਿ ਇੱਥੇ ਬਾਬਾ ਸਾਹਿਬ ਦੇ ਬੜੇ ਅੱਛੇ ਪੈਰੋਕਾਰ ਬੈਠੇ ਆ, ਕਾਫੀ ਇੰਟਰਨੈਸ਼ਨਲ ਕਾਨਫਰੰਸ 'ਤੇ ਜਾਂਦੇ ਲੋਕ ਹੈ, ਪਰ ਇੰਗਲੈਂਡ ਤੋਂ ਬਹੁਤ ਘੱਟ ਲੋਕ ਗਏ ਹੈਗੇ ਆ। ਉਹ ਇੱਕ ਐਸਾ ਤਾਂ ਵੀ ਇੱਕ ਮੈਂ ਸੀਗਾ, ਇੱਕ ਮੇਰੇ ਨਾਲ ਰਾਮਪਾਲ ਰਾਹੀ ਜੀ ਬੈਡਫੋਰਡ ਤੋਂ, ਅਤੇ ਇਹਨਾਂ ਤੋਂ ਇਲਾਵਾ ਕਾਂਸ਼ੀ TV ਤੋਂ ਟੀਮ ਉੱਥੇ ਗਈ ਸੀਗੀ, ਜਿਨ੍ਹਾਂ ਵਿੱਚ ਹੰਸਰਾਜ ਬੰਗਾ ਜੀ ਔਰ ਭੋਲੀ ਰੰਧਾਵਾ ਜੀ ਦੇ ਹਸਬੈਂਡ ਔਰ ਰਮੇਸ਼ ਕਲੇਰ ਜੀ, ਇਹ 4 ਸਾਥੀ ਉੱਥੇ ਗਏ ਸੀ। ਤਾਂ ਬੈਡਫੋਰਡ ਤੋਂ ਰਾਮਪਾਲ ਰਾਹੀ ਜੀ ਔਰ ਮੈਂ, ਇਹਨਾਂ ਨੂੰ ਸਾਨੂੰ ਮੌਕਾ ਮਿਲਿਆ ਜਾਣ ਦਾ। ਉੱਥੇ ਸਾਰੀ ਦੁਨੀਆ ਤੋਂ ਮਤਲਬ ਲੋਕ ਉੱਥੇ ਮਸਟ ਬੀ ਹਾਊਸਫੁੱਲ, ਬਿਲਕੁਲ ਹਾਊਸਫੁੱਲ। ਤਾਂ ਕਿਊ ਲੱਗੇ ਕਿੰਨੇ ਘੰਟੇ ਤਾਂ ਐਂਟਰੀ, ਕਿਉਂਕਿ ਪਾਸ ਅੰਬੈਸੀ ਨੇ, ਇੰਡੀਅਨ ਅੰਬੈਸੀ ਨੇ ਪਾਸ ਇਸ਼ੂ ਕੀਤੇ ਸੀ, ਯੂਨਾਈਟਿਡ ਨੇਸ਼ਨ ਦੇ ਸਟੈਂਪ ਉੱਤੇ ਸੀ, ਤਾਂ ਉਹਦੀ ਜਿਹੜੀ ਐਂਟਰੀ ਸੀਗੀ ਹੈ ਨਾ, ਮਤਲਬ ਕਿ ਐਵੇਂ ਐਵਰੀਬਾਡੀ ਨਹੀਂ ਜਾ ਸਕਦਾ ਸੀਗਾ। ਇੱਥੋਂ ਅਗਰ ਮੈਂ ਗਿਆ ਹੈਗਾ ਤਾਂ ਮੈਨੂੰ ਵੀ ਆਪਣੇ ਪਾਸਪੋਰਟ ਦੀ ਜਿਹੜੀ ਕਾਪੀ ਹੈਗੀ ਆ ਉਹ 2-3 ਵੀਕਾਂ ਪਹਿਲਾਂ ਉਹਨਾਂ ਨੂੰ ਭੇਜਣੀ ਪਈ। ਤਾਂ ਮਿਸਟਰ ਪ੍ਰਿਤੀਪਾਲ ਦੀ ਡਿਊਟੀ ਲੱਗੀ ਸੀ, ਸਾਰੇ ਜਿਨ੍ਹਾਂ ਨੇ ਵੀ ਆਉਣਾ ਸੀ ਸਾਰਿਆਂ ਨੇ, ਚਾਹੇ ਉਹ ਅਮਰੀਕਾ ਤੋਂ ਸੀਗਾ, ਚਾਹੇ ਕੈਨੇਡਾ ਤੋਂ, ਚਾਹੇ ਕਿਤੋਂ ਵੀ ਸੀਗਾ, ਆਪਣੇ ਪਾਸਪੋਰਟ ਦੀ ਕਾਪੀ ਉਹਨਾਂ ਨੂੰ ਭੇਜਣੀ ਪੈਂਦੀ ਸੀ। ਉਹ ਉਹਨਾਂ ਨੇ ਐਮਬੈਸੀ ਨੂੰ PMA ਆਫਰ ਨਹੀਂ ਦਿੱਤੀ। ਜਿਹੜੇ ਸਿਕਿਉਰਿਟੀ ਚੈੱਕਸ ਉਹਨਾਂ ਦੇ ਕਰਨੇ ਹੁੰਦੇ ਸੀ ਉਹ ਸਾਰੇ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ ਐਂਟਰੀ ਜਿੱਦਾਂ ਮਿਲੀ। ਪਹਿਲਾਂ ਅਪਲਾਈ ਕਰਨਾ ਪੈਂਦਾ ਸੀਗਾ, ਉਹਦੀ ਐਂਟਰੀ ਇੰਨੀ ਈਜ਼ੀ ਨਹੀਂ ਸੀ, ਜਿੱਦਾਂ ਕਾਫੀ ਮੁਸ਼ੱਕਤ ਕਰਨੀ ਪਈ। ਉਹਨਾਂ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਕਾਫੀ ਇੱਥੇ ਫਿਰ ਜ਼ਰੂਰ ਕਹਿਣਾ ਪਏਗਾ ਕਿ ਉਹਨਾਂ ਨੇ ਮਤਲਬ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਨੂੰ ਮਾਣ ਹੈ ਕਿ ਸਾਡੇ ਵੱਲੋਂ ਤੁਸੀਂ ਉੱਥੇ ਗਏ ਆ। ਅਤੇ ਇਸੇ ਤਰ੍ਹਾਂ ਮਤਲਬ ਬਾਕੀ ਦੀਆਂ ਸੰਸਥਾਵਾਂ, ਜਿਸ ਤਰ੍ਹਾਂ ਤੁਸੀਂ ਰਾਮਪਾਲ ਰਾਹੀ ਜੀ ਉਹਨਾਂ ਦਾ ਨਾਂ ਲਿਆ, ਅਤੇ ਜ਼ਰੂਰ ਜਾਣਾ ਚਾਹੀਦਾ। ਪਰ ਲੇਕਿਨ ਇਸ ਤਰ੍ਹਾਂ ਕਿ ਦੁਨੀਆ ਭਰ ਦੇ ਵਿੱਚ ਪ੍ਰੋਗਰਾਮ ਮਨਾਏ ਜਾ ਰਹੇ ਹਨ, ਕਈਆਂ ਕੋਲ ਸਮਾਂ ਵੀ ਨਹੀਂ ਹੁੰਦਾ, ਅਤੇ ਲੇਕਿਨ ਆਪਾਂ ਨੂੰ ਬੜੇ ਮਾਣ ਦੀ ਗੱਲ ਹੈ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਤੁਸੀਂ ਸ਼ਿਰਕਤ ਕੀਤੀ ਹੈ, ਅਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਦੱਸਿਆ। ਅਤੇ ਬਾਕੀ ਜਿਸ ਤਰ੍ਹਾਂ ਹੁਣ ਤੁਸੀਂ ਜਦੋਂ ਗੱਲ ਕਰਦੇ ਸੀ ਤਾਂ ਉਹਦੇ ਵਿੱਚ ਜ਼ਿਕਰ ਕੀਤਾ ਤੁਸੀਂ ਕਲਪਨਾ ਸਰੋਜ ਜੀ ਦਾ ਜੀ, ਅਤੇ ਇਹ ਆਪਾਂ ਮਤਲਬ ਇਹਦੇ ਬਾਰੇ ਮਤਲਬ ਆਪਾਂ ਪਤਾ ਤੁਹਾਡੇ ਕੋਲ ਮੈਂ ਜ਼ਰੂਰ ਪੁੱਛਾਂਗਾ, ਲੇਕਿਨ ਕਿਉਂਕਿ ਗੱਲਾਂ ਤਾਂ ਬਹੁਤ ਨੇ, ਅਤੇ ਲੇਕਿਨ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ। ਅਤੇ ਹੁਣ ਆਪਾਂ ਬ੍ਰੇਕ ਵੱਲ ਜਾਵਾਂਗੇ, ਅਤੇ ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗਾ। ਅਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਕਿਤੇ ਜਾਣਾ ਨਹੀਂ, ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਅਤੇ ਕਿਤੇ ਜਾਣਾ ਨਹੀਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਇੱਕ ਵਾਰੀ ਫਿਰ ਲੋਟਸ TV 'ਤੇ ਸਵਾਗਤ ਹੈ।
ਤੇ ਜਿਨ੍ਹਾਂ ਦਰਸ਼ਕਾਂ ਨੇ ਹੁਣੇ ਟੈਲੀਵਿਜ਼ਨ ਲਾਇਆ ਉਹਨਾਂ ਨੂੰ ਮੇਰੇ ਵੱਲੋਂ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਤੇ ਹੁਣ ਆਪਾਂ ਗੱਲ ਨੂੰ ਜਾਰੀ ਰੱਖਦੇ ਹਾਂ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਕਿ ਜੋ ਬਾਬਾ ਸਾਹਿਬ ਦੀ 125ਵੀਂ ਜਯੰਤੀ ਯੂਨਾਈਟਿਡ ਨੇਸ਼ਨ ਦੇ ਵਿੱਚ ਮਨਾਈ ਗਈ ਹੈ ਤੇ ਜਿਹਦੇ ਵਿੱਚ ਮਨੋਹਰ ਵਿਰਦੀ ਜੀ ਹੁਣੀ ਸ਼ਿਰਕਤ ਕੀਤੀ ਸੀ, ਉਹਨਾਂ ਦੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਹਾਂ ਵਿਰਦੀ ਸਾਹਿਬ ਜੀ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹੁਣ ਗੱਲ ਨੂੰ ਫਿਰ ਉਸ ਨੂੰ ਦੁਹਰਾਉਂਦੇ ਹਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਜੋ ਕਲਪਨਾ ਸਰੋਜ ਜੀ ਦਾ ਜ਼ਿਕਰ ਆਇਆ ਇਹਦੇ ਵਿੱਚ, ਤੇ ਇਹ ਕਲਪਨਾ ਸਰੋਜ ਜੀ ਬਾਰੇ ਦੱਸੋਗੇ ਕਿ ਇਹ ਕੌਣ ਹੈ ਤੇ ਇਹ ਉਹਨਾਂ ਦੇ ਕੀ ਵਿਚਾਰ ਸਨ? ਹਾਂਜੀ ਸੁਮਨ ਜੀ, ਬੜਾ ਅੱਛਾ ਤੁਸੀਂ ਕੁਐਸਚਨ ਕੀਤਾ। ਜਿਹੜੀ ਗਵਰਨਮੈਂਟ ਆਫ ਇੰਡੀਆ ਤੋਂ ਜਿਸ ਤਰ੍ਹਾਂ ਮੈਂ 3 ਨਾਂ ਲਏ ਆ, ਦਲੀਪ ਮਸਕੇ ਜੀ, ਹਰਦੇਵ ਸਹਾਏ, ਪ੍ਰਿਥੀਪਾਲ ਔਰ ਕਲਪਨਾ ਸਰੋਜ, ਜਿਹੜੀ ਬੇਗਮਪੁਰਾ ਕਲਚਰ ਸੁਸਾਇਟੀ ਔਰ ਫਾਊਂਡੇਸ਼ਨ ਫਾਰ ਹਿਊਮਨ ਹੋਰਾਈਜ਼ਨ, ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਤੋਂ ਪਰਮਿਸ਼ਨ ਲਈ ਗਈ ਉਹ ਸਿਰਫ ਕਲਪਨਾ ਸਰੋਜ ਜੀ ਦੀ ਬਦੌਲਤ, ਕਿਉਂਕਿ ਇਹਨਾਂ ਦੇ ਮੋਦੀ ਜੀ ਨੇ ਪ੍ਰਧਾਨ ਮੰਤਰੀ ਜੀ ਨਾਲ ਬੜੇ ਅੱਛੇ ਗਵਰਨਮੈਂਟ ਨਾਲ ਰਿਲੇਸ਼ਨ ਹੈਗੇ ਆ ਜੀ। ਕਲਪਨਾ ਸਰੋਜ ਦੀ ਆਪਣੇ ਬਹੁਜਨ ਸਮਾਜ ਦੀ ਇੱਕ ਬਹੁਤ ਸਕਸੈਸਫੁਲ ਬਿਜ਼ਨਸ ਵੂਮਨ ਹੈਗੀ। ਇਹ ਥੋੜ੍ਹਾ ਜਿਹਾ 1-2 ਲਾਈਨਾਂ ਬਾਰੇ ਮੈਂ ਇਹਨਾਂ ਬਾਰੇ ਆਪਣੇ ਵਿਊਅਰਸ ਨਾਲ, ਲੋਟਸ ਟੀਵੀ ਦੇਖ ਰਹੇ ਵਿਊਅਰਸ ਨਾਲ ਸਾਂਝੀ ਕਰੂੰਗਾ। ਕਲਪਨਾ ਸਰੋਜ ਬਹੁਤ ਗਰੀਬ ਪਰਿਵਾਰ ਮਹਾਰਾਸ਼ਟਰ ਵਿੱਚੋਂ ਹੈਗੇ ਆ। ਬਹੁਤ ਗਰੀਬ ਪਰਿਵਾਰ ਵਿੱਚੋਂ ਉਹਨਾਂ ਦਾ ਜਨਮ ਹੋਇਆ। ਬੜੀ ਗਰੀਬੀ ਦੇ ਵਿੱਚ ਉਹ ਇੰਨਾ ਪੜ੍ਹ ਵੀ ਨਹੀਂ ਸਕੇ, ਪਰ ਝੁੱਗੀ ਝੌਂਪੜੀ ਤੁਸੀਂ ਕਹਿ ਸਕਦੇ ਆ ਬਈ ਉੱਥੋਂ ਉੱਠ ਕੇ ਇਸ ਵੇਲੇ ਇੱਕ ਇੰਨੇ ਕਾਮਯਾਬ ਬਿਜ਼ਨਸ ਵੂਮਨ ਹੈਗਾ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਹੈਗਾ ਉਹ ਕੋਈ ਲੱਖ ਦਾ ਜਾਂ 1 ਕਰੋੜ ਜਾਂ 100 ਕਰੋੜ ਜਾਂ 10-20 ਕਰੋੜ ਜਾਂ ਇੱਕ ਨਹੀਂ, ਕਈ ਹਜ਼ਾਰ ਕਰੋੜ ਦੇ ਵਿੱਚ ਜੀ ਉਹਨਾਂ ਦੀ ਟਰਨਓਵਰ, ਥਾਊਜ਼ੈਂਡਸ ਕਰੋੜਸ ਦੇ ਵਿੱਚ ਉਹਨਾਂ ਦੀ ਟਰਨਓਵਰ ਹੈਗੀ ਆ। ਔਰ ਉਹ ਖਾਸ ਕਰ ਜਿਹੜਾ ਫੀਲਡ ਉਹਨਾਂ ਦੇ ਹੈਗੇ ਰੀਅਲ ਐਸਟੇਟ ਦੇ ਵਿੱਚ ਉਹਨਾਂ ਦਾ ਬਿਜ਼ਨਸ ਹੈਗਾ, ਐਗਰੀਕਲਚਰ ਦੇ ਵਿੱਚ ਬਿਜ਼ਨਸ ਹੈ, ਕੰਸਟਰਕਸ਼ਨ ਦੇ ਵਿੱਚ ਉਹ ਕੰਪਨੀ ਹੈਗੀ ਆ, ਔਰ ਫਿਲਮ ਇੰਡਸਟਰੀ ਦੇ ਵਿੱਚ ਵੀ ਉਹ ਉਹਨਾਂ ਦਾ ਬਿਜ਼ਨਸ ਹੈਗਾ ਆ। ਮਲਟੀ ਬਿਜ਼ਨਸ ਵੂਮਨ ਹੈਗੀ ਆ। ਇੱਕ ਕੰਪਨੀ ਉਹਨਾਂ ਨੇ ਲਈ ਸੀ ਕਮਾਨੀ ਟਿਊਬਸ ਲਿਮਟਿਡ ਮਹਾਰਾਸ਼ਟਰ ਦੇ ਵਿੱਚ। ਉਹ ਕੰਪਨੀ ਸੁਮਨ ਜੀ 116 ਕਰੋੜ ਦੇ ਘਾਟੇ ਵਿੱਚ ਸੀਗੀ। ਤਾਂ 140 ਉਹ 'ਤੇ ਕੇਸ ਲਿਟੀਗੇਸ਼ਨ ਯੂਨੀਅਨ ਦੇ ਚੱਲਦੇ ਸੀ। 2 ਯੂਨੀਅਨ ਸੀਗੀਆਂ, ਇੰਪਲਾਈਜ਼ ਨੇ ਬੜਾ ਕਲੇਮ ਕੀਤੇ ਸੀ। 140 ਕੋਰਟ ਕੇਸ, 116 ਕਰੋੜ ਦਾ ਉੱਤੇ ਕਰਜ਼ਾ ਰੈੱਡ ਵਿੱਚ ਆਈ ਸੀ, ਬੰਦ ਹੋਣ ਦੀ ਸੀ। ਇਹਨਾਂ ਨੇ ਉਹ ਟੇਕ ਓਵਰ ਕੀਤੀ ਕਲਪਨਾ ਸਰੋਜ ਨੇ, ਔਰ 2 ਸਾਲ ਦੇ ਵਿੱਚ ਜਿਹੜੀ 116 ਕਰੋੜ ਦੀ ਘਾਟੇ ਵਿੱਚ ਸੀ ਉਹ ਪ੍ਰੋਫਿਟ ਦੇ ਵਿੱਚ ਆ ਗਈ ਜੀ। ਇੰਨੀ ਅੱਛੀਆਂ ਬਿਜ਼ਨਸ ਸਕਿੱਲਸ ਇਹਨਾਂ ਦੀਆਂ ਹੈਗੀਆਂ। ਤਾਂ ਸਾਰੇ ਕੇਸ ਵੀ ਰਫਾ ਦਫਾ ਹੋਏ, ਸੌਟ ਆਊਟ ਕਰਾਏ। ਤਾਂ ਸਾਨੂੰ ਮਾਣ ਆ ਆਪਣੇ ਜਦੋਂ ਲੰਡਨ ਦੇ ਵਿੱਚ ਜਿਹੜਾ ਘਰ ਖਰੀਦਿਆ ਗਿਆ ਫੈਬੋ ਦੀ ਐਫਰਟਸ ਨਾਲ, ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਐਫਰਟ ਸੀਗਾ ਗਵਰਨਮੈਂਟ ਆਫ ਇੰਡੀਆ ਵੱਲੋਂ। ਤਾਂ ਉਹਨੂੰ ਆਏ ਵੀ ਸੀ ਕਾਂਸੀ ਟੀਵੀ ਤੇ, ਮਤਲਬ ਇਹਨਾਂ ਨੇ ਰਿਕਮੈਂਡੇਸ਼ਨ ਕੀਤੀ, ਇਹਨਾਂ ਨੇ ਕੀਤੀ ਹੈਗੀ ਆ। ਇਹ ਆਪਾਂ ਟੀਵੀ ਤੇ, ਕਾਂਸੀ ਟੀਵੀ ਤੇ ਦੇਖਿਆ ਵੀ, ਉਹਨਾਂ ਦੀ ਇੰਟਰਵਿਊ ਵੀ ਆਈ ਸੀ, ਪ੍ਰੋਗਰਾਮ ਵੀ ਉਹਨਾਂ ਦਾ ਆਇਆ ਸੀ। ਇੱਕ ਐਂਡ ਟੀਵੀ ਹੈਗਾ ਇੰਡੀਆ ਤੋਂ ਚੱਲਦਾ, ਉਹ 'ਤੇ ਨੇ ਡਾਕੂਮੈਂਟਰੀ ਵੀ ਇੱਕ ਬਣ ਚੁੱਕੀ, ਬਹੁਤ ਬੜੀ ਇਨਕਰੇਜਿੰਗ ਡਾਕੂਮੈਂਟਰੀ ਹੈਗੀ ਆ। ਸੋ ਸਾਨੂੰ ਮਾਣ ਹੈ ਕਲਪਨਾ ਸਰੋਜ ਜੀ 'ਤੇ। ਔਰ ਇੱਕ ਹੋਰ ਜਿਹੜੀ ਖਾਸ ਗੱਲ ਹੈਗੀ ਆ ਵੀ ਉੱਥੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਦੋਂ ਪ੍ਰੋਗਰਾਮ ਹੋਇਆ ਤਾਂ ਉੱਥੇ ਬਾਬਾ ਸਾਹਿਬ ਦਾ ਬਸਟ ਲਗਾਉਣ ਦੀ ਵੀ ਇੱਕ ਪ੍ਰੋਗਰਾਮ ਬਣਿਆ। ਜਿਸ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਬਾਬਾ ਸਾਹਿਬ ਦਾ ਬਸਟ ਲੱਗਾ ਹੈਗਾ, ਲੰਡਨ ਸਕੂਲ ਆਫ ਇਕਨੋਮਿਕਸ ਗ੍ਰੇਜ਼ ਇਨ ਲੱਗਾ ਹੈ, ਕੈਨੇਡਾ ਵਿੱਚ ਵੀ ਲੱਗਾ ਹੈਗਾ ਯੂਨੀਵਰਸਿਟੀ ਦੇ ਵਿੱਚ, ਫਰੇਜ਼ ਇਨ ਯੂਨੀਵਰਸਿਟੀ ਵਿੱਚ। ਇਸ ਤਰ੍ਹਾਂ ਹੀ ਪਲਾਨ ਸੀਗਾ ਵੀ ਬਾਬਾ ਸਾਹਿਬ ਦਾ ਬਸਟ ਯੂਨਾਈਟਿਡ ਨੇਸ਼ਨਸ ਵਿੱਚ ਵੀ ਲਾਇਆ ਜਾਵੇ। ਬਹੁਤ ਜਲਦੀ ਦੇ ਵਿੱਚ ਕਲਪਨਾ ਸਰੋਜ ਜੀ ਇੱਕ ਬਸਟ ਬਣਾ ਕੇ ਲਿਆਏ ਤਾਂਬੇ ਦਾ। ਉਹਦੀ ਘੱਟ ਤੋਂ ਘੱਟ ਜਿਹੜੀ ਕੀਮਤ ਸੀਗੀ ਉਹ 10 ਲੱਖ ਰੁਪਇਆ ਉਹਦਾ ਇਨਵੈਸਟ ਆਇਆ। 2-2.5 ਫੁੱਟ ਦਾ ਉਹ ਬਸਟ ਹੈਗਾ। ਕਿਉਂਕਿ ਟਾਈਮ ਥੋੜ੍ਹਾ ਸੀ ਕਿ ਬਸਟ ਉਹ ਲੈ ਕੇ ਆਏ ਹੈਗੇ, ਸੇਮ ਡੇ ਡਿਲੀਵਰੀ ਆਪਣੀ ਫਲਾਈਟ ਵਿੱਚ ਹੀ ਲੈ ਕੇ ਆਏ ਹੈਗੇ। ਉਹਨਾਂ ਨਾਲ ਜਿਹੜੇ ਏਅਰ ਇੰਡੀਆ ਦੇ ਆਫਿਸਰ ਆਏ ਸੀ, ਉਹਨਾਂ ਦੀ ਕੋਸ਼ਿਸ਼ ਨਾਲ ਸੇਮ ਡੇ ਉਸ ਵੇਲੇ ਡਿਲੀਵਰੀ ਵੀ ਏਅਰਪੋਰਟ ਤੋਂ ਲੈ ਲਈ ਗਈ ਨਾ, ਤਾਂ ਬੜਾ 2-3 ਦਿਨ ਲੱਗ ਜਾਂਦੇ ਆ ਜੌਨ ਐਫ ਕੈਨੇਡੀ ਦੇ ਏਅਰਪੋਰਟ ਤੋਂ ਕੋਈ ਡਿਲੀਵਰੀ ਇੱਦਾਂ ਲੈਣ ਲਈ। ਉਹ ਬੈਸਟ ਕਲਪਨਾ ਜੀ ਲੈ ਕੇ ਆਏ, ਪਰ ਕੋਈ ਟਾਈਮ ਥੋੜ੍ਹਾ ਸੀ। ਹਲੇ ਬੈਸਟ ਉੱਥੇ ਹੀ ਆ, PMI ਕੋਲ ਹੈਗਾ ਬੈਸਟ, ਹਜੇ ਲੱਗਿਆ, ਇੰਸਟਾਲ ਨਹੀਂ ਹੋਇਆ। ਉਹਦੇ ਹੁਣ ਐਫਰਟ ਚੱਲ ਰਹੇ ਆ ਵੀ ਅਸੀਂ ਅੱਛੀ ਕੋਈ ਜਗ੍ਹਾ ਦੇਖ ਕੇ ਯੂਨਾਈਟਿਡ ਨੇਸ਼ਨ ਨੂੰ ਅਪਰੋਚ ਕਰੀਏ, ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਪ੍ਰੈਸ਼ਰ ਕਰਾਈਏ, ਆਪਣੀਆਂ ਸੰਸਥਾਵਾਂ ਉਹ ਵੀ ਯੂਨਾਈਟਿਡ ਨੇਸ਼ਨ ਨੂੰ ਪ੍ਰੈਸ਼ਰਾਈਜ਼ ਕਰਨ ਵੀ ਜਲਦੀ ਤੋਂ ਜਲਦੀ ਜਿਹੜਾ ਬਾਬਾ ਸਾਹਿਬ ਦਾ ਬਸਟ ਹੈਗਾ ਉਹ ਯੂਨਾਈਟਿਡ ਨੇਸ਼ਨ ਵਿੱਚ ਲੱਗ ਸਕੇ। ਇਹ ਅਸੀਂ ਥੋੜ੍ਹੀ ਜਿਹੀ ਜਾਣਕਾਰੀ ਸਾਡੀ ਭੈਣ ਬਿਜ਼ਨਸ ਵੂਮਨ, ਪਦਮ ਸ਼੍ਰੀ ਇਹਨਾਂ ਨੂੰ ਅਵਾਰਡ ਵੀ ਮਿਲਿਆ ਗਵਰਨਮੈਂਟ ਆਫ ਇੰਡੀਆ ਦਾ, ਜਿਹੜਾ ਟੌਪ 'ਤੇ ਸਭ ਤੋਂ ਵਧੀਆ ਜਿਹੜਾ ਵੱਡਾ ਸਿਵਲ ਅਵਾਰਡ ਹੈਗਾ ਭਾਰਤ ਰਤਨ ਜਿਹੜਾ ਬਾਬਾ ਸਾਹਿਬ ਨੂੰ ਮਿਲਿਆ ਹੈਗਾ। ਇਹਨਾਂ ਤੋਂ ਇਲਾਵਾ ਪਦਮ ਵਿਭੂਸ਼ਣ, ਪਦਮ ਸ਼੍ਰੀ ਅਵਾਰਡ 2013 'ਚ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਇਹਨਾਂ ਦੀ ਟ੍ਰੇਡ ਐਂਡ ਬਿਜ਼ਨਸ
ਫੀਲਡ ਦੇ ਵਿੱਚ ਸਕਿੱਲਸ ਕਰਕੇ ਕਾਮਯਾਬੀ ਕਰਕੇ ਪਦਮ ਸ਼੍ਰੀ, ਹੁਣ ਇਹਨਾਂ ਦਾ ਪੂਰਾ ਨਾਮ ਪਦਮ ਸ਼੍ਰੀ ਕਲਪਨਾ ਸਰੋਜ ਜੀ ਕਲਪਨਾ ਸਰੋਜ ਜੀ ਹੈ, ਪਦਮ ਸ਼੍ਰੀ। ਕਲਪਨਾ ਸਰੋਜ। ਬਹੁਤ ਬਹੁਤ ਧੰਨਵਾਦ। ਇਹ ਦੇਖੋ ਬਿਰਦੀ ਸਾਹਿਬ, ਦੇਖੋ ਇੱਥੋਂ ਫਿਰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਜੇ ਅਗਰ ਬਹੁਜਨ ਸਮਾਜ ਨੂੰ ਜੇ ਇਹ ਮੌਕੇ ਪ੍ਰਦਾਨ ਕੀਤੇ ਜਾਣ ਤੇ ਕਿੰਨੀ ਤਰੱਕੀ ਕਰ ਸਕਦੇ ਨੇ। ਬਿਲਕੁਲ। ਤੇ ਕਿਉਂ ਅੱਜ ਭਾਰਤ ਸਰਕਾਰ ਦੇ ਲਈ, ਉਸ ਭਾਰਤ ਸਰਕਾਰ ਦੇ ਜੋ ਗਵਰਨਮੈਂਟ ਦੇ ਫੰਡ ਦੇ ਵਿੱਚ ਕਿੰਨਾ ਵਧੀਆ ਯੋਗਦਾਨ ਪਾ ਰਹੇ ਨੇ। ਇੱਕ ਬਿੱਲ ਪ੍ਰੋਗਰੈਸ ਬਿਜ਼ਨਸ ਵੂਮਨ ਤੁਸੀਂ ਦੱਸਿਆ ਜੀ ਕਿ ਮਤਲਬ ਸਾਡੇ ਸਮਾਜ ਦੇ ਵਿੱਚੋਂ ਆ। ਤੇ ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਸਮਾਜ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਜ਼ਨਸ ਦੇ ਵਿੱਚ ਵੀ ਆਈਏ, ਤਾਂ ਕਿ ਆਪਾਂ ਆਪਣੇ ਸਮਾਜ ਦਾ ਜੋ ਪੇ ਬੈਕ ਟੂ ਦਾ ਸੋਸਾਇਟੀ, ਦੇਖੋ ਕਿੰਨਾ ਉਹਨਾਂ ਦੀ ਸ਼ਰਧਾ ਬਾਬਾ ਸਾਹਿਬ ਦੇ ਵਿੱਚ ਬਸਟ ਲੈ ਕੇ ਗਏ ਆ, ਤੇ ਉਹਦੀ ਸੈਰਮਨੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਚੰਗੀ ਜਗ੍ਹਾ ਜੋ ਯੂਨਾਈਟਿਡ ਨੇਸ਼ਨ ਦੇ ਵਿੱਚ ਉਹਨਾਂ ਨੂੰ ਸਥਾਪਿਤ ਕੀਤਾ ਜਾਵੇਗਾ। ਥੈਂਕ ਯੂ ਬਿਰਦੀ ਸਾਹਿਬ। ਤੇ ਇਹਦੇ ਵਿੱਚ ਇੱਕ ਹੋਰ ਹੈ ਕਿ ਜਿੱਦਾਂ ਮਤਲਬ ਕਿ ਨਿਊਯਾਰਕ ਦੇ ਵਿੱਚ ਜੋ ਮੇਨ ਕਮਿਊਨਿਟੀ ਹੈ ਜੀ, ਉਹ ਕਿਹੜੀ ਆ, ਜਾਂ ਕੀ ਉੱਥੇ ਕੋਈ ਡਾਕਟਰ ਅੰਬੇਡਕਰ ਦੇ ਨਾਂ 'ਤੇ ਸੰਸਥਾ ਵੀ ਹੈ, ਤੇ ਜਾਂ ਕੋਈ ਉੱਥੇ ਬੁੱਧ ਵਿਹਾਰ ਜਾਂ ਹੋਰ ਕੋਈ ਸੰਸਥਾ ਜੋ ਹੈ ਉੱਥੇ ਨਿਊਯਾਰਕ ਦੇ ਵਿੱਚ, ਮਤਲਬ ਆਪਣੇ ਬਹੁਜਨ ਸਮਾਜ ਦਾ, ਉਹਦੇ ਬਾਰੇ ਕੋਈ ਦੱਸੋਗੇ? ਹਾਂਜੀ, ਇਹ ਇੱਕ ਬੜੀ ਵਿਚਿੱਤਰ ਉੱਥੇ ਸਿਚੁਏਸ਼ਨ ਹੈਗੀ ਆ ਵੀ ਬਾਬਾ ਸਾਹਿਬ ਦੇ ਸ਼ਰਧਾਲੂ ਬਹੁਤ ਹੈਗੇ ਆ, ਉਪਾਸਕ ਬਹੁਤ ਹੈਗੇ ਆ। ਉੱਥੇ ਜਿਹੜੀ ਮੇਨ ਸੰਸਥਾ ਹੈਗੀ ਆ ਉਹ ਗੁਰਦਾਸ ਟੈਂਪਲ ਹੈਗੀ ਆ, ਗੁਰਦੁਆਰਾ ਗੁਰੂ ਘਰ ਜਿਹੜਾ ਹੈਗਾ ਜੀ। ਤਾਂ ਇਹਨਾਂ ਤੋਂ ਇਲਾਵਾ ਜਿਹੜੀ ਬੇਗਮਪੁਰਾ ਕਲਚਰ ਸੁਸਾਇਟੀ ਆਫ ਨਿਊਯਾਰਕ ਆ ਜੀ, ਇਹ ਜਿਹੜੀ ਸੰਸਥਾ ਹੈਗੀ ਆ ਇਹ ਮੇਨ ਉੱਥੇ ਸੋਸ਼ਲ ਆਰਗੇਨਾਈਜੇਸ਼ਨ ਹੈਗੀ ਆ, ਮਤਲਬ ਜ਼ਿਆਦਾ ਐਕਟਿਵ ਹੈ, ਜ਼ਿਆਦਾ ਜਿਹੜੀ ਐਕਟਿਵ ਹੈ, ਜਿਹੜੇ ਕੰਮ ਕਰਦੀ ਹੈਗੀ ਹੈ, ਜੀ। ਜਿਨ੍ਹਾਂ ਨੇ ਇਹ ਫੰਕਸ਼ਨ ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਬਾਬਾ ਸਾਹਿਬ ਦਾ ਆਰਗੇਨਾਈਜ਼ ਕੀਤਾ ਹੈਗਾ। ਜੀ। ਇਹ ਮੇਨ ਜਿਹੜੀ ਬੇਗਮਪੁਰਾ ਕਲਚਰ ਸੁਸਾਇਟੀ ਹੈਗੀ ਆ, ਇਹਦੇ ਜਿੱਦਾਂ ਕਾਫੀ ਮੈਂਬਰ ਐਕਟਿਵ, ਹਰਦੇਵ ਸਹਾਏ, ਪ੍ਰਿਥੀਪਾਲ ਔਰ ਜਿਹੜਾ ਮਦਨ ਬੰਗੜ ਜੀ, ਉਹਨਾਂ ਦੇ ਮੈਂਬਰ ਹੈਗੇ, ਚੇਅਰਮੈਨ ਹੈਗੇ ਆ। ਇਹਨਾਂ ਤੋਂ ਇਲਾਵਾ ਜਿਹੜੇ ਪਰਮਜੀਤ ਉਹਨਾਂ ਦੇ ਪ੍ਰੈਜ਼ੀਡੈਂਟ ਹੈਗੇ ਆ, ਮਦਨ ਬੱਧਨ ਜੀ, ਜਿਹੜੇ ਕਿ ਆਪਣੇ ਮੁਲਖਰਾ ਬੱਧਨ ਜੀ ਦੇ ਭਰਾ ਹੈਗੇ ਆ। ਇਹ ਵੀ ਉਹ ਸੁਸਾਇਟੀ ਦੇ ਚੇਅਰਮੈਨ ਹੈਗੇ ਆ, ਮਦਨ ਬੱਧਨ ਜੀ। ਤਾਂ ਪਿੰਦਰਪਾਲ ਜੀ, ਉਹ ਬੜੇ ਉਹ ਕਾਮਯਾਬ ਬਿਜ਼ਨਸਮੈਨ ਹੈਗੇ ਆ, ਉਹ ਸਾਥੀ ਜਿਹੜੇ ਬੇਗਮਪੁਰਾ ਕਲਚਰ ਸੁਸਾਇਟੀ ਦੇ ਮੈਂਬਰ ਹੈਗੇ ਆ। ਉੱਥੇ ਇੱਕ ਹੈਗੀ ਹੈ ਵੀ ਡਾਕਟਰ ਅੰਬੇਡਕਰ ਜੀ ਦੇ ਨਾਂ 'ਤੇ ਕੋਈ ਸੰਸਥਾ ਨਹੀਂ ਜੀ। ਇਸ ਤੋਂ ਇਲਾਵਾ ਬੁੱਧ ਵਿਹਾਰ, ਇੰਡੀਅਨ ਕਮਿਊਨਿਟੀ ਦਾ ਬੁੱਧ ਵਿਹਾਰ ਵੀ ਕੋਈ ਨਹੀਂ। ਹਾਲਾਂਕਿ ਇੰਗਲੈਂਡ ਦੇ ਜਿੱਦਾਂ ਬੁੱਧ ਵਿਹਾਰ ਕਾਫੀ ਹੈਗੇ, ਇੰਗਲੈਂਡ ਦੇ ਵਿੱਚ, ਕੈਨੇਡਾ ਵੀ ਹੈਗੇ ਆ, ਟੋਰਾਂਟੋ ਵੀ ਬੁੱਧ ਵਿਹਾਰ ਹੈਗਾ ਆ, ਪਰ ਨਿਊਯਾਰਕ ਦੇ ਵਿੱਚ ਕੋਈ ਬੁੱਧਿਸਟ ਇੰਡੀਅਨ ਕਮਿਊਨਿਟੀ ਦਾ ਕੋਈ ਬੁੱਧ ਵਿਹਾਰ ਨਹੀਂ ਹੈਗੀ। ਉਹ ਨਾ ਬਾਬਾ ਸਾਹਿਬ ਦੇ ਨਾਂ 'ਤੇ ਕੋਈ ਸੰਸਥਾ ਆ, ਪਰ ਬਾਬਾ ਸਾਹਿਬ ਦੇ ਨਾਂ 'ਤੇ ਉਹ ਕੰਮ ਇੰਨਾ ਕਰਦੇ ਆ ਵੀ ਆਮ ਸੰਸਥਾਵਾਂ ਨਾਲ ਵੀ ਜ਼ਿਆਦਾ ਉਹਨਾਂ ਦਾ ਯੋਗਦਾਨ, ਉਹਨਾਂ ਦਾ ਤੇ ਪਿਆਰ ਜੋ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਹੈਗਾ। ਹਾਲਾਂਕਿ ਉਹ ਜਿਹੜੀ ਸੰਸਥਾ ਹੈਗੀਆਂ ਉੱਥੋਂ ਇੰਡੀਆ ਦੇ ਸਕੂਲਾਂ ਦੇ ਵਿੱਚ ਜਿਹੜੇ ਹੈਗੀ ਆ ਬਾਬਾ ਸਾਹਿਬ ਦੇ ਲਾਈਫ ਐਂਡ ਮਿਸ਼ਨ 'ਤੇ, ਜੀਵਨ 'ਤੇ ਕੰਪੀਟੀਸ਼ਨ ਵੀ ਚਲਾਉਂਦੇ ਆ, ਉਹਦਾ ਪ੍ਰਾਈਜ਼ ਮਨੀ ਦਿੰਦੇ ਆ, ਬੱਚਿਆਂ ਨੂੰ ਇਨਕਰੇਜ ਕਰਦੇ ਆ ਬਾਬਾ ਸਾਹਿਬ ਬਾਰੇ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲੇ। ਤਾਂ ਮੇਨ ਜਿਹੜੀ ਕਮਿਊਨਿਟੀ ਹੈਗੀ ਆ ਉਹ ਆਪਣੇ ਗੁਰਦਾਸ ਨਾਮਲੇਵਾ ਕਮਿਊਨਿਟੀ ਹੈਗੀ ਆ। ਉਹਦੇ ਵਿੱਚੋਂ ਜਿਹੜਾ ਸੋਸ਼ਲ ਕੰਮ ਜੋ ਬਾਬਾ ਸਾਹਿਬ ਦੇ ਕਰਦੇ ਹੈਗੇ ਆ ਉਹ ਬੇਗਮਪੁਰਾ ਕਲਚਰ ਸੁਸਾਇਟੀ ਕਰਦੀ ਆ। ਉੱਥੇ ਕੋਈ ਅਜੇ ਤੱਕ ਆਪਣੀ ਕਮਿਊਨਿਟੀ ਦਾ ਕੋਈ ਬੁੱਧ ਵਿਹਾਰ ਜਾਂ ਕੋਈ ਬਾਬਾ ਸਾਹਿਬ ਦੇ ਨਾਂ 'ਤੇ ਪਿਓਰਲੀ ਕੋਈ ਇੱਦਾਂ ਦੀ ਸੰਸਥਾ ਨਹੀਂ ਹੈਗੀ ਆ। ਤਾਂ ਮੇਨਲੀ ਗੁਰੂ ਘਰ ਦੇ ਜਿਹੜੇ ਉਪਾਸਕ ਹੈਗੇ ਆ, ਸਾਧਕ ਹੈਗੇ ਆ, ਜਿਹੜੇ ਉੱਥੇ ਲੋਕ ਜਾਂਦੇ ਆ, ਉਹੀ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਆ। ਤਾਂ ਖਾਸ ਕਰਕੇ ਜਿਹੜੇ ਐਕਟਿਵ ਹੈਗੇ ਆ ਬੇਗਮਪੁਰਾ ਕਲਚਰ ਸੁਸਾਇਟੀ ਦੇ। ਔਰ ਜਿਹੜਾ ਉੱਥੇ ਇੰਡੀਪੈਂਡੈਂਸ ਡੇ 'ਤੇ ਮਾਰਚ ਵੀ ਹੁੰਦਾ ਆ, ਨਿਊਯਾਰਕ ਦੇ ਵਿੱਚ ਪਰੇਡ ਹੁੰਦੀ ਹੈਗੀ ਆ, ਬੜੀ ਮਸ਼ਹੂਰ ਪਰੇਡ ਹੈਗੀ ਆ, ਉਹਦੇ ਵਿੱਚ ਵੀ ਬਾਬਾ ਸਾਹਿਬ ਦੀ ਝਾਂਕੀ ਲੈ ਕੇ ਬੇਗਮਪੁਰਾ ਕਲਚਰ ਸੁਸਾਇਟੀ ਵਾਲੇ ਹੀ ਜਾਂਦੇ ਹੈਗੇ। ਬਾਬਾ ਸਾਹਿਬ ਨੂੰ ਬਹੁਤ ਉਹ ਆਪਣਾ ਉਹਨਾਂ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਇਸ ਕਮਿਊਨਿਟੀ ਦਾ, ਇਹਨਾਂ ਮੈਂਬਰਾਂ ਦਾ, ਪਰਮਜੀਤ ਜੀ ਪ੍ਰੈਜ਼ੀਡੈਂਟ, ਮਦਨ ਬੱਧਨ ਜੀ, ਪਿੰਦਰਪਾਲ ਜੀ, ਪ੍ਰਿਥੀਪਾਲ ਔਰ ਹੋਰ ਸਾਥੀ ਹਰਦੇਵ ਸਾਈ, ਇਹਨਾਂ ਦਾ ਬਹੁਤ ਯੋਗਦਾਨ ਹੈ ਇਹਦੇ ਵਿੱਚ। ਤੇ ਇਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ, ਜਿੱਦਾਂ ਬਾਬਾ ਸਾਹਿਬ ਦੇ, ਜਿੱਦਾਂ ਕਹਿੰਦੇ ਆ ਕਿ ਉੱਥੇ ਕੋਈ ਬਾਬਾ ਸਾਹਿਬ ਦੇ ਨਾਂ 'ਤੇ ਸੰਸਥਾ ਤਾਂ ਨਹੀਂ ਹੈ, ਤੇ ਮਤਲਬ ਆਪਾਂ ਨੂੰ ਸਾਰੇ ਮਤਲਬ ਜਿੰਨੇ ਵੀ ਸਾਡੇ ਮਹਾਂਪੁਰਸ਼ ਆ ਉਹਨਾਂ ਦਾ ਸਤਿਕਾਰ ਆਪਾਂ ਕਰਦੇ ਆ, ਤੇ ਬਹੁਤ ਵਧੀਆ ਕੰਮ ਕਰ ਰਹੇ ਆ। ਇਸੇ ਤਰ੍ਹਾਂ ਅਗਰ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਸਾਰੇ ਜੋ ਸਾਡੇ ਬਹੁਜਨ ਸਮਾਜ ਦੇ ਜੋ ਸਾਥੀ ਹਨ, ਜੋ ਸੰਸਥਾਵਾਂ ਹਨ, ਇਸ ਤਰ੍ਹਾਂ ਰਲ ਮਿਲ ਕੇ ਕਰਨ ਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਂ ਅੱਗੇ ਆਪਾਂ ਲਿਜਾ ਸਕਦੇ ਹਾਂ। ਤੇ ਜੋ ਬਾਬਾ ਸਾਹਿਬ ਦਾ ਜੋ ਜਨਮ ਦਿਨ ਮਨਾਉਣ ਦੇ ਨਾਲ ਨਾਲ ਉਹ ਜੋ ਸਾਨੂੰ ਮਿਸ਼ਨ ਦੇ ਕੇ ਗਏ ਆ, ਉਸ ਮਿਸ਼ਨ ਦਾ ਵੀ ਆਪਾਂ ਪ੍ਰਚਾਰ ਪ੍ਰਸਾਰ ਕਰੀਏ। ਤੇ ਬਹੁਤ ਹੀ ਸੋਹਣਾ ਆ ਕਿ ਉਹ ਅੱਛਾ ਕੰਮ ਕਰ ਰਹੇ ਆ, ਤੇ ਉਹ ਮਤਲਬ ਵਧਾਈ ਦੇ ਪਾਤਰ ਨੇ। ਤੇ ਬਹੁਤ ਅੱਛਾ ਤੁਸੀਂ ਬਿਰਦੀ ਸਾਹਿਬ ਦੇ ਇਹਦੇ ਬਾਰੇ ਤੁਸੀਂ ਦੱਸਿਆ। ਤੇ ਉਹਦੇ ਨਾਲ ਬਿਰਦੀ ਸਾਹਿਬ ਜੀ, ਤੁਹਾਡਾ ਜਿਸ ਤਰ੍ਹਾਂ ਕਿਹਾ ਕਿ
ਇਹ ਤਾਂ 125ਵੀਂ ਜਯੰਤੀ ਜੋ ਬਾਬਾ ਸਾਹਿਬ ਦੇ ਜਨਮ ਦਿਨ ਜੋ ਉੱਥੇ ਯੂਨਾਈਟਿਡ ਨੇਸ਼ਨ ਦੇ ਵਿੱਚ ਮਨਾਇਆ ਗਿਆ, ਇਸ ਤੋਂ ਇਲਾਵਾ ਵੀ ਉੱਥੇ ਮਤਲਬ ਕੋਈ ਪ੍ਰੋਗਰਾਮ ਕੋਈ ਕੀਤਾ ਗਿਆ ਜਾਂ ਕੋਈ ਹੋਰ ਜਗ੍ਹਾ ਤੇ ਵੀ ਬਾਬਾ ਸਾਹਿਬ ਦੇ 125ਵੀਂ ਜਯੰਤੀ ਦੇ ਸੰਦਰਭ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਗਿਆ? ਹਾਂਜੀ, ਇਹਦੇ ਵਿੱਚ ਇਸ ਤਰ੍ਹਾਂ ਸੁਮਨ ਜੀ ਬਈ ਮੇਨ ਪ੍ਰੋਗਰਾਮ ਜਿਹੜਾ ਸੀਗਾ ਉਹ 5 ਵਜੇ ਤੋਂ ਸ਼ਾਮ ਦਾ ਟਾਈਮ ਸੀਗਾ, ਜਿਹੜਾ ਬਾਬਾ ਸਾਹਿਬ ਦੇ ਯੂਨਾਈਟਿਡ ਨੇਸ਼ਨ ਦੇ ਵਿੱਚ ਕੀਤਾ ਗਿਆ ਪ੍ਰੋਗਰਾਮ। ਆਹ ਮੈਂ ਆਪਣੇ ਦਰਸ਼ਕਾਂ ਨੂੰ ਪੋਸਟਰ ਵੀ ਦਿਖਾਊਂਗਾ, ਯੂਨਾਈਟਿਡ ਨੇਸ਼ਨ ਦੀ ਅੱਛਾ, ਉਹ ਬਿਲਡਿੰਗ ਹੈਗੀ ਆ, ਜਿਸ ਤਰ੍ਹਾਂ ਉਹਨਾਂ ਦੇ ਪੋਸਟਰ ਬਣਾਏ ਗਏ, ਪੋਸਟਰ ਉਸ ਵੇਲੇ ਬਣਾਇਆ ਸੀਗਾ। ਜੀ। ਇਹਦਾ ਟਾਈਮ ਸੀਗਾ 2 ਵਜੇ ਤੋਂ ਲੈ ਕੇ 5:30 ਵਜੇ ਤੱਕ ਯੂਨਾਈਟਿਡ ਨੇਸ਼ਨ ਦੇ ਵਿੱਚ ਪ੍ਰੋਗਰਾਮ ਸੀਗਾ। ਜੀ। ਫਿਰ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਸੀਗਾ, ਕਿਉਂਕਿ ਦੁਨੀਆ ਭਰ ਤੋਂ ਲੋਕ ਉੱਥੇ ਗਏ ਸੀਗੇ, ਜੀ, ਤਾਂ ਉਹਨਾਂ ਦਾ ਬੇਗਮਪੁਰਾ ਕਲਚਰ ਸੁਸਾਇਟੀ ਨੇ ਸ਼ਾਮ ਨੂੰ ਵੀ ਇੱਕ 7 ਵਜੇ ਪ੍ਰੋਗਰਾਮ, ਇੱਕ ਬਹੁਤ ਵਧੀਆ ਹਾਲ ਬੁੱਕ ਕਰਕੇ, ਰੈਸਟੋਰੈਂਟ ਬੁੱਕ ਕਰਕੇ ਉਹਦੇ ਵਿੱਚ ਪ੍ਰੋਗਰਾਮ ਕੀਤਾ। ਉਹ 4-5 ਘੰਟੇ ਦਾ ਪ੍ਰੋਗਰਾਮ ਸੀਗਾ। ਉਹਦੇ ਵਿੱਚ ਫਿਰ ਜਿਹੜੇ ਇੱਕ ਤਰ੍ਹਾਂ ਦੇ ਨਾਲ ਇੱਕ ਰਿਸੈਪਸ਼ਨ ਸੀ, ਜਿਹੜੇ ਰਾਤ ਨੂੰ ਰਿਸੈਪਸ਼ਨ ਸੀਗੀ ਬੇਗਮਪੁਰਾ ਕਲਚਰ ਸੁਸਾਇਟੀ ਵੱਲੋਂ, ਤਾਂ ਉਹ ਸਾਰਿਆਂ ਦਾ ਡਿਨਰ ਉੱਥੇ ਸੀਗਾ, ਰਿਸੈਪਸ਼ਨ ਸੀ, ਹੋਰ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਸੀਗਾ। ਤਾਂ 4-5 ਘੰਟੇ ਦਾ ਇਹ ਪ੍ਰੋਗਰਾਮ ਸੀ। ਉੱਥੇ ਫਿਰ ਜਿਹੜੇ ਹੋਰ ਗੈਸਟ ਆਏ ਹੋ ਸੀਗੇ, ਉਹਨਾਂ ਨੇ ਫਿਰ ਆਪਣੇ ਸੁਸਾਇਟੀ ਵੱਲੋਂ ਉਹਨਾਂ ਨੂੰ ਮਾਣ ਵੀ ਦਿੱਤਾ, ਆਪਣੀ ਸ਼ੀਲਡ ਵਗੈਰਾ ਵੀ ਦਿੱਤੀਆਂ ਹੈਗੀਆਂ ਸੁਸਾਇਟੀ ਵੱਲੋਂ। ਰਹਿਣ ਦਾ ਉਹਨਾਂ ਦਾ ਛੱਡਣ ਲਿਆਉਣ ਦਾ ਸਾਰਾ ਖਰਚਾ ਉਹਨਾਂ ਨੇ ਪ੍ਰਬੰਧ ਜਿਹੜਾ ਬੇਗਮਪੁਰਾ ਕਲਚਰ ਸੁਸਾਇਟੀ ਨੇ, ਇਹ ਸ਼ਾਮ ਦਾ ਪ੍ਰੋਗਰਾਮ ਸੀਗਾ ਜਿਸ 'ਚ ਬਹੁਤ ਇੰਜੋਏ ਕੀਤਾ। ਉਹ 'ਚ ਵੀ 350 ਲੋਕ ਉਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣੇ ਆ। ਇਸ ਤੋਂ ਇਲਾਵਾ ਜਿਹੜਾ ਦੂਸਰਾ ਪ੍ਰੋਗਰਾਮ ਹੋਇਆ ਵੀ ਸੁਮਨ ਜੀ, ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਵੀ ਗਵਰਨਮੈਂਟ ਆਫ ਇੰਡੀਆ ਨੇ, ਕਿਉਂਕਿ ਇਹ ਜਿਹੜਾ ਈਅਰ ਹੈਗਾ ਇਹ ਸੋਸ਼ਲ ਜਿਹੜਾ ਐਂਡ ਜਸਟਿਸ ਈਅਰ ਮਨਾਇਆ ਦੇ ਤੌਰ ਤੇ ਮਨਾ ਰਹੀ ਹੈ, 125ਵੀਂ ਬਰਥ ਐਨੀਵਰਸਰੀ ਬਾਬਾ ਸਾਹਿਬ ਦੀ, ਜਿਹੜੀ ਗਵਰਨਮੈਂਟ ਆਫ ਇੰਡੀਆ ਸੋਸ਼ਲ ਐਂਡ ਜਸਟਿਸ ਈਅਰ 2016 ਮਨਾ ਰਹੀ ਹੈ। ਇਹਦੇ ਬਿਹਾਫ ਤੇ ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ ਵੀ ਦੁਨੀਆ ਦੀ ਜਿੱਥੇ ਵੀ ਕੰਟਰੀ ਇੰਡੀਆ ਦੀ ਐਮਬੈਸੀਜ਼ ਹੈਗੀਆਂ, ਹਾਈ ਕਮਿਸ਼ਨ ਆਫਿਸ ਹੈਗੇ ਆ, ਸਾਰੀ ਦੁਨੀਆ 'ਚ ਇੱਕ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ, ਹਰੇਕ ਐਮਬੈਸੀ ਵਿੱਚ, ਹਰੇਕ ਕੌਂਸਲ ਜਨਰਲ ਦੇ ਵਿੱਚ। ਇਸੇ ਬਿਹਾਫ ਤੇ 14 ਅਪ੍ਰੈਲ ਨੂੰ ਨਿਊਯਾਰਕ ਜਿਹੜਾ ਕੌਂਸੂਲੇਟ ਆਫਿਸ ਹੈਗਾ, ਕੌਂਸਲ ਜਨਰਲ ਦਾ ਆਫਿਸ ਹੈਗਾ, ਉਹਦੇ ਵਿੱਚ ਵੀ ਇਹ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ 2 ਤੋਂ ਲੈ ਕੇ 5 ਵਜੇ ਤੱਕ। ਹਾਈ ਕਮਿਸ਼ਨਰ ਆਫ ਇੰਡੀਆ, ਹਾਈ ਕਮਿਸ਼ਨਰ ਆਫ ਇੰਡੀਆ ਜਿਹੜਾ ਨਿਊਯਾਰਕ ਦੇ ਵਿੱਚ, ਨਿਊਯਾਰਕ ਐਮਬੈਸੀ ਤਾਂ ਜਿਹੜੀ ਵਾਸ਼ਿੰਗਟਨ ਹੈਗੀ ਆ, ਜਿਹੜਾ ਕੌਂਸੂਲੇਟ ਆਫਿਸ ਹੈਗਾ, ਹਾਂ, ਉਹਦੇ ਆਫਿਸ ਦੇ ਵਿੱਚ ਮਨਾਇਆ ਗਿਆ। ਤਾਂ ਉੱਥੇ ਫਿਰ ਜਿੱਦਾਂ ਕਲਪਨਾ ਸਰੋਜ ਦੀ ਮੈਂ ਗੱਲ ਕੀਤੀ ਹੈਗਾ ਵੀ ਉਹ ਸਮਾਜ ਸੇਵਾ ਦਾ ਬਹੁਤ ਕੰਮ ਕਰਦੇ ਆ, ਕਿਉਂਕਿ 125ਵਾਂ ਇਹ ਬਾਬਾ ਸਾਹਿਬ ਦੀ ਐਨੀਵਰਸਰੀ ਸੀ। ਤਾਂ ਸੁਮਨ ਜੀ, ਕਲਪਨਾ ਸਰੋਜ ਆਪਣੇ ਫਾਊਂਡੇਸ਼ਨ ਵੱਲੋਂ ਬਾਬਾ ਸਾਹਿਬ ਦੇ ਇੱਕ ਮੋਮੈਂਟੋਜ਼ ਲੈ ਕੇ ਆਏ ਸੀ, 125 ਮੋਮੈਂਟੋ ਉਹਨਾਂ ਨੇ ਬਣਾਏ ਜੀ। ਤਾਂ ਉਹ ਦੁਨੀਆ ਦੇ ਅਲੱਗ-ਅਲੱਗ ਹਿੱਸੇ ਦੇ ਵਿੱਚ ਜਿੱਥੇ ਵੀ ਬਾਬਾ ਸਾਹਿਬ ਦੇ ਪ੍ਰਤੀ ਜਿਹੜੇ ਲੋਕ ਕੰਮ ਕਰਦੇ ਹੈਗੇ ਆ, ਆਪਣਾ ਤਨ ਮਨ ਧਨ ਨਾਲ ਸੇਵਾ ਕਰਦੇ ਆ, ਉਹ ਦੁਨੀਆ ਦੇ ਵਿੱਚ 125 ਲੋਕਾਂ ਨੂੰ ਉਹਨਾਂ ਨੇ ਉਹ ਮੋਮੈਂਟੋ ਦੇਣੇ ਸੀ, ਉਹਨਾਂ ਨੇ ਪ੍ਰੈਜ਼ੈਂਟ ਕਰਨੇ ਸੀਗੇ। ਤਾਂ ਉਸ ਦਿਨ ਜਿਹੜਾ ਨਿਊਯਾਰਕ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਕੌਂਸਲ ਜਨਰਲ ਦੇ ਆਫਿਸ ਦੇ ਵਿੱਚ, ਉਸ ਦਿਨ ਉਹ ਜਿਹੜੇ ਉੱਥੇ ਲੋਕ ਆਏ ਸੀ, ਜਿਹੜੇ ਬਾਬਾ ਸਾਹਿਬ ਦਾ ਕੰਮ ਮਿਸ਼ਨ ਦਾ ਪ੍ਰਤੀ ਕੰਮ ਕਰਦੇ, ਉਹਨਾਂ ਨੂੰ ਉਹ ਕਲਪਨਾ ਸਰੋਜ ਫਾਊਂਡੇਸ਼ਨ ਵੱਲੋਂ ਉਹ ਹਾਈ ਕਮਿਸ਼ਨ ਦੇ ਥਰੂ, ਕੌਂਸੂਲੇਟ ਆਫਿਸ ਦੇ ਥਰੂ, ਅਫਸਰ ਜਿਹੜਾ ਉਹਨਾਂ ਦਾ ਚੀਫ ਸੀਗੇ ਉਸ ਦਿਨ ਦੇ, ਉਹਨਾਂ ਦੇ ਹੱਥੋਂ ਉਹ ਦਿੱਤੇ ਗਏ, ਅਵਾਰਡ ਦਿੱਤਾ ਹੈਗਾ ਕਲਪਨਾ ਸਰੋਜ ਫਾਊਂਡੇਸ਼ਨ ਵੱਲੋਂ। ਤਾਂ ਮੈਨੂੰ ਵੀ ਮਾਣ ਹੈਗਾ ਵੀ ਮੈਨੂੰ ਵੀ ਉਹ ਪ੍ਰਾਈਜ਼ ਉਸ ਦਿਨ ਉਹ ਦਿੱਤਾ ਗਿਆ ਕਲਪਨਾ ਸਰੋਜ ਵੱਲੋਂ। ਤਾਂ ਮੈਂ ਧੰਨਵਾਦ ਕਰਦਾ ਵੀ ਚਲੋ ਮਾੜੀ ਮੋਟੀ ਸੇਵਾ ਅਸੀਂ ਵੀ ਕਰਦੇ ਹਾਂ। ਹੋਰ ਜਿਹੜੇ ਸਾਥੀ ਇੰਗਲੈਂਡ ਤੋਂ ਗਏ ਸੀ, ਇਹਨਾਂ ਨੂੰ ਵੀ ਉਹ ਅਵਾਰਡ ਦਿੱਤੇ ਗਏ ਆ। ਤਾਂ ਇਹ ਦੂਸਰਾ ਫੰਕਸ਼ਨ ਸੀਗਾ ਜਿਹੜਾ ਕਿ ਨਿਊਯਾਰਕ ਦੇ ਵਿੱਚ ਅਸੈਂਬਲੀ ਦੇ ਕੌਂਸੂਲੇਟ ਆਫਿਸ ਦੇ ਵਿੱਚ ਹੋਇਆ। 2 ਪ੍ਰੋਗਰਾਮ ਯੂਨਾਈਟਿਡ ਨੇਸ਼ਨ ਤੋਂ ਇਲਾਵਾ ਹੋਏ ਸੀਗੇ ਜੀ। ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਇਹ ਸਾਲ ਦੇ ਵਿੱਚ ਮਤਲਬ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਸਾਰੇ ਦਰਸ਼ਕਾਂ ਦਾ ਮੈਂ ਧਿਆਨ ਲਿਜਾਵਾਂਗਾ ਕਿ ਅੱਜ ਇਹ ਜੋ ਪ੍ਰੋਗਰਾਮ ਜੋ ਬਾਬਾ ਸਾਹਿਬ ਦੀ 125ਵੀਂ ਜਨਮ ਸ਼ਤਾਬਦੀ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਸਰਕਾਰ ਦੇ ਜਿੰਨੇ ਵੀ ਹਾਈ ਕਮਿਸ਼ਨਰ ਦੂਤਾ ਘਰ ਨੇ ਉਹਨਾਂ ਦੇ ਵਿੱਚ ਮਨਾਈ ਗਈ ਹੈ। ਅਤੇ ਇਹ ਮਤਲਬ ਮੈਨੂੰ ਦੇਖਣ ਦੇ ਵਿੱਚ ਵਿਰਦੀ ਸਾਹਿਬ ਆਉਂਦਾ ਹੈ ਕਿ ਜਦੋਂ ਦੀ ਮਤਲਬ BJP ਔਰ RSS ਦੀ ਸਰਕਾਰ ਬਣੀ ਆ, ਉਦੋਂ ਤੋਂ ਸਰਕਾਰ ਦਾ ਬਾਬਾ ਸਾਹਿਬ ਦੇ ਪ੍ਰਤੀ ਜੋ ਮਿਸ਼ਨ ਹੈ ਇਹ ਬੜੀ ਗੰਭੀਰ ਜਾਪਦੀ ਹੈ। ਮਤਲਬ ਸ਼ਹਿਰਾਂ ਦੇ ਵਿੱਚ ਫਿਰ ਉਹਨਾਂ ਦੇ ਨਾਂ 'ਤੇ ਮਤਲਬ ਜਿਸ ਤਰ੍ਹਾਂ ਕਿ ਹੁਣ ਲੰਡਨ ਦੇ ਵਿੱਚ ਇੱਕ ਘਰ ਜੋ ਹੈ ਬਾਬਾ ਸਾਹਿਬ ਦਾ, ਜਿੱਥੇ ਮਤਲਬ ਉਹ ਲੌਜਿੰਗ ਕਰਦੇ ਹੁੰਦੇ ਸੀ ਜਦੋਂ ਆਪਣੇ ਸਕੂਲ ਆਫ ਇਕਨੋਮਿਕਸ ਦੇ ਵਿੱਚ
ਉਹ ਆਪਣੀ ਸਟੱਡੀ ਪੜ੍ਹਾਈ ਕਰਦੇ ਕਰਦੇ ਸੀਗੇ, ਸੀਗੇ। ਤੇ ਉਹ ਵੀ ਘਰ ਵੀ ਲੈ ਕੇ ਦਿੱਤਾ ਆ। ਤੇ ਇਹਦੇ ਪਿੱਛੇ ਕੋਈ ਕਾਰਨ ਹੋ ਸਕਦਾ ਹੈ ਕਿ ਮਤਲਬ ਕਿਉਂਕਿ ਜਿਹੜੀ ਕਿ ਸਦੀਆਂ ਪਹਿਲਾਂ ਤੋਂ ਜਦੋਂ ਤੋਂ ਬਾਬਾ ਸਾਹਿਬ ਦੇ ਹਮੇਸ਼ਾ ਵਿਰੋਧੀ ਰਹੇ ਆ, ਤੇ ਲੇਕਿਨ ਅੱਜ ਇਹਦੇ ਪਿੱਛੇ ਕੀ ਕਾਰਨ ਹੈ ਕਿ ਵੀ ਬੜੀ ਗੰਭੀਰਤਾ ਦੇ ਨਾਲ ਬਾਬਾ ਸਾਹਿਬ ਦੇ ਮਿਸ਼ਨ ਦੇ ਪ੍ਰਤੀ ਇੰਨੀ ਉਹਨਾਂ ਦੀ ਮਤਲਬ ਇਹ ਜੋ ਉਹਨਾਂ ਦੀ ਸੋਚ ਆ, ਜਾਂ ਉਹਨਾਂ ਦੀ ਮਤਲਬ ਉਹ ਬਾਬਾ ਸਾਹਿਬ ਦੇ ਜਨਮ ਦਿਨ ਮਨਾਉਣ ਦੇ ਜਾਂ ਉਹਨਾਂ ਦੇ ਨਾਂ 'ਤੇ ਹੋਰ ਮੋਨੂਮੈਂਟ ਬਣਾਉਣ ਦੇ ਜੋ ਇਹਨਾਂ ਦਾ ਇਹ ਪ੍ਰੋਗਰਾਮ ਲਿਖੇ ਆ, ਇਹਦੇ ਬਾਰੇ ਦੱਸੋਗੇ ਦਰਸ਼ਕਾਂ ਨੂੰ ਕਿ ਵੀ ਇਹਦਾ ਕੀ ਕਾਰਨ ਹੋ ਸਕਦਾ? ਹਾਂਜੀ, ਉਹਦੇ ਲਈ ਇੱਦਾਂ ਵੀ ਇੱਕ ਦੋ ਪ੍ਰੋਗਰਾਮ ਬਾਰੇ ਮੈਂ ਇੱਕ ਦੋ ਹੋਰ ਕਲੀਅਰ ਕਹੂੰਗਾ ਵੀ ਜਿਹੜਾ ਯੂਨਾਈਟਿਡ ਨੇਸ਼ਨ ਦਾ ਪ੍ਰੋਗਰਾਮ ਹੋਇਆ ਸੀ, ਇਹ ਸਿੱਧਾ ਯੂਨਾਈਟਿਡ ਨੇਸ਼ਨ ਹੈੱਡ ਆਫਿਸ 'ਚ ਨਹੀਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਇੱਕ ਜਿੱਦਾਂ ਨਾ ਮਾਰਚ ਵੀ ਕੀਤਾ ਗਿਆ। ਇਹ ਲਗਭਗ 3 ਮੀਲ ਦਾ ਉਹ ਮਾਰਚ ਸੀਗਾ, ਜਿਹਦੇ ਵਿੱਚ ਉਹ ਕਲਪਨਾ ਸਰੋਤ ਜੀ ਬੱਸ ਲੈ ਕੇ ਆਏ ਸੀ। ਉਹਨੂੰ ਬੜੇ ਅੱਛੇ ਇੱਕ ਗੱਡੀ ਦੇ ਵਿੱਚ ਸਜਾਇਆ ਗਿਆ ਫੁੱਲਾਂ ਦੇ ਨਾਲ, ਝੰਡੇ ਬੁੱਧੀ ਝੰਡੇ ਲਗਾਏ ਗਏ, ਨੀਲੇ ਝੰਡੇ ਲਗਾਏ ਗਏ। ਮਹਾਰਾਸ਼ਟਰ ਦੇ ਪੰਜਾਬ ਦੇ ਲੋਕ, ਮਹਾਰਾਸ਼ਟਰ ਦੀ ਲੇਡੀਜ਼ ਜਿਹੜੀਆਂ ਭੈਣਾਂ ਸੀਗੀਆਂ, ਉਹ ਮਿਊਜ਼ਿਕ ਆਪਣੀ ਡਰੈਸ ਪਾ ਕੇ ਕਲਚਰਲ ਪ੍ਰੋਗਰਾਮ ਡਾਂਸ ਕਰਦੇ, ਢੋਲ ਨਗਾਰੇ ਨਾਲ ਸ਼ਹਿਰ ਦੇ ਵਿੱਚ ਦੀ ਆਉਂਦੇ ਨਿਊਯਾਰਕ ਪਹੁੰਚੇ, ਜਿਹੜਾ ਹੈੱਡ ਆਫਿਸ ਹੈਗਾ ਯੂਨਾਈਟਿਡ, ਉੱਥੇ ਪਹੁੰਚੇ ਸੀ। ਇਹ 3 ਮੀਲ ਦਾ ਇੱਕ ਪ੍ਰੋਸੈਸ਼ਨ ਵੀ ਉਹਨਾਂ ਨੇ ਕੱਢਿਆ ਸੀ, ਜਿਹੜਾ ਕਿ ਨਿਊਯਾਰਕ ਦੇ ਆਪਣੀ ਹਿਸਟਰੀ ਦੇ ਵਿੱਚ ਪਰੇਡ ਜਿਹੜੀ ਹੁੰਦੀ ਆ, ਉਹ ਤੋਂ ਇਲਾਵਾ ਇਹ ਪਹਿਲਾ ਚਾਂਸ ਹੈਗਾ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਇੱਕ ਪਰੇਡ ਵੀ ਉੱਥੇ ਕੱਢੀ ਗਈ। ਹਾਂ, ਸੋ ਮੈਂ ਤੁਹਾਡਾ ਸਵਾਲ ਸੀਗਾ ਵੀ ਕੀ ਕਾਰਨ ਹੈਗਾ ਵੀ ਕਿਉਂ ਗਵਰਨਮੈਂਟ ਇਦਾਂ ਕਰ ਰਹੀ ਹੈ, ਇੰਨੀ ਕਿਉਂ ਮਤਲਬ ਮਿਹਰਬਾਨੀ ਕੀ ਇਹਦਾ ਕੀ ਕਾਰਨ ਹੋ ਸਕਦਾ? ਉਹਦੇ ਦੋ ਕਾਰਨ। ਇੱਕ ਤਾਂ ਪਹਿਲਾਂ ਗਵਰਨਮੈਂਟ 60 ਸਾਲ ਤਾਂ ਕਾਂਗਰਸ ਦੀ ਗਵਰਨਮੈਂਟ ਰਹੀ ਆ ਜੀ। ਕਾਂਗਰਸ ਜਿਹੜੀ ਪਾਰਟੀ ਹੈਗੀ ਆ, ਇਹ ਸ਼ੁਰੂ ਤੋਂ ਹਾਲਾਂਕਿ ਮੈਂ ਮਾਫੀ ਚਾਹੂੰਗਾ, ਸਾਡਾ ਜਿਹੜਾ ਬਾਬਾ ਸਾਹਿਬ ਦੀ ਸੈਲੀਬ੍ਰੇਸ਼ਨ ਥੋੜ੍ਹਾ ਹਟ ਕੇ ਇਹ ਕੁਐਸਚਨ ਹੈਗਾ, ਵਿਸ਼ਾ ਥੋੜ੍ਹਾ ਹਟ ਕੇ ਹੈ, ਕੰਟਰੋਵਰਸ਼ੀਅਲ ਹੈਗਾ, ਪਰ ਇਹ ਵੀ ਸਾਡੇ ਪਾਸਕਾਂ ਨਾਲ ਦਰਸ਼ਕਾਂ ਨਾਲ ਸਾਂਝੀ ਕਰਨਾ ਸਾਡਾ ਫਰਜ਼ ਬਣਦਾ, ਜ਼ਰੂਰੀ ਹੈਗਾ। ਉਹ ਕਿਉਂਕਿ ਕਾਂਗਰਸ ਅਗਰ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਕੋਈ ਵਿਰੋਧੀ ਉਹਨਾਂ ਦੇ ਲਾਈਫ ਟਾਈਮਸ ਔਰ ਬਾਅਦ 'ਚ ਵੀ ਹੋਇਆ ਤਾਂ ਕਾਂਗਰਸ ਪਾਰਟੀ ਹੋਈ ਹੈ। ਬਾਬਾ ਸਾਹਿਬ ਨੂੰ ਲੈਟ ਡਾਊਨ ਕਰਨ ਲਈ ਬੜੇ ਬੜੇ ਲੀਡਰ ਕਾਂਗਰਸ ਪਾਰਟੀ ਨੇ ਤਿਆਰ ਕੀਤੇ, ਸਾਡੇ ਬਹੁਜਨ ਸਮਾਜ ਦੇ ਵਿੱਚੋਂ, ਆਪਣੇ ਸਮਾਜ ਦੇ ਵਿੱਚੋਂ, ਪਰ ਅੱਜ ਉਹ ਕਿਤੇ ਨਹੀਂ ਹੈਗੇ। ਤਾਂ ਕਿਉਂਕਿ ਹੁਣ ਕਾਂਗਰਸ ਨਹੀਂ ਹੈਗੀ ਆ, ਤਾਂ ਕਿਉਂਕਿ ਬੀਜੇਪੀ ਗਵਰਨਮੈਂਟ ਹੈਗੀ ਆ, ਤਾਂ ਇੱਕ ਬਾਬਾ ਸਾਹਿਬ ਇਸ ਵੇਲੇ ਇੱਕ ਸਿੰਬਲ ਬਣ ਚੁੱਕੇ ਆ, ਸਿੰਬਲ ਆਫ ਪਾਵਰ, ਸਿੰਬਲ ਆਫ ਯੂਨਿਟੀ, ਸਿੰਬਲ ਆਫ ਸਟਰੈਂਥ, ਸਿੰਬਲ ਆਫ ਨੌਲੇਜ। ਉਹ ਇਸ ਕਰਕੇ ਇੱਕ ਬਹੁਤ ਵੱਡੀ ਤਾਕਤ ਬਣ ਰਹੀ ਆ, ਕਿਉਂਕਿ ਬਾਬਾ ਸਾਹਿਬ ਦੀ ਜਿਹੜੀ ਜਾਗਰਤੀ ਲੋਕਾਂ ਵਿੱਚ ਆ ਰਹੀ ਹੈ, ਅਸਲੀ ਜੋ ਉਹਨਾਂ ਦਾ ਮੈਸੇਜ ਹੈਗਾ ਸਾਡੇ ਤੱਕ ਪਹੁੰਚ ਰਿਹਾ, ਲੋਕੀ ਅਵੇਅਰ ਹੋ ਰਹੇ ਆ, ਅਸੀਂ ਯੂਨਾਈਟ ਹੋ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਯੂਨਾਈਟ ਹੋਣ ਦੀ। ਉਨੀ ਤਾਂ ਨਹੀਂ ਹਲੇ ਹੋਏ, ਪਰ ਉੱਧਰ ਨੂੰ ਤੁਰੇ ਹੈਗੇ ਆ। ਖਾਸ ਕਰਕੇ ਜਦੋਂ ਮਾਨਿਆਵਰ ਕਾਂਸ਼ੀ ਰਾਮ ਜੀ ਦੀ ਮੂਵਮੈਂਟ ਆਈ ਹੈਗੀ ਆ, ਬਾਮਸਾ ਦੀ ਮੂਵਮੈਂਟ 78 ਤੋਂ ਸ਼ੁਰੂ ਹੋਈ ਹੈਗੀ ਆ, BSP ਦੀ ਮੂਵਮੈਂਟ ਆਈ ਆ, ਉਦੋਂ ਤੋਂ ਲੈ ਕੇ ਸਾਡੇ ਸਮਾਜ ਦੇ ਵਿੱਚ ਕਾਫੀ ਜਾਗ੍ਰਿਤੀ ਆਈ ਹੈ। ਬਾਬਾ ਸਾਹਿਬ ਦੇ ਜੋ ਅਸਲੀ ਮਿਸ਼ਨ ਹੈਗਾ ਉਹਨੂੰ ਸਮਝਣ ਦੀ ਸਾਨੂੰ ਚਾਂਸ ਮਿਲਿਆ। ਸਾਡੀ ਗਵਰਨਮੈਂਟ ਉਦੋਂ ਬਣੀ ਹੈਗੀ, UP ਦੇ ਵਿੱਚ ਭੈਣ ਮਾਇਆਵਤੀ ਜੀ ਨੇ ਇੰਨੀ ਵਾਰੀ 4-5 ਵਾਰੀ ਆਪਣੀ ਗਵਰਨਮੈਂਟ ਬਣਾਈ ਹੈਗੀ ਹੈ। ਇਸ ਕਰਕੇ ਇਹ ਜਿਹੜੀ ਬਾਬਾ ਸਾਹਿਬ ਦੇ ਪੈਰੋਕਾਰ ਆ, ਇੱਕ ਆਪਣੇ ਆਪ 'ਚ ਇੱਕ ਬਹੁਤ ਵੱਡੀ ਤਾਕਤ ਬਣ ਗਏ ਹੈ। ਇਸ ਤਾਕਤ ਨੂੰ ਹਰ ਕੋਈ ਆਪਣੇ ਹੱਥਾਂ ਵਿੱਚ ਹੁਣ ਰੱਖਣਾ ਚਾਹੁੰਦਾ, ਉਹਨੂੰ ਆਪਣੇ ਨਾਲ ਖਿੱਚਣਾ ਚਾਹੁੰਦਾ, ਕਿਉਂਕਿ ਸਾਡੀਆਂ ਵੋਟਾਂ ਤੋਂ ਬਿਨਾਂ ਕੋਈ ਵੀ ਗਵਰਨਮੈਂਟ ਬਣ ਨਹੀਂ ਸਕਦੀ ਹੈ। ਹੋਇਆ ਕਿ ਆਪਣੇ ਦਰਸ਼ਕਾਂ ਨੂੰ ਅਸੀਂ ਕਹੀਏ ਗਵਰਨਮੈਂਟ ਮਿਹਰਬਾਨ ਹੋ ਚੁੱਕੀ, ਜਿੱਦਾਂ ਹੁਣ ਸੋਸ਼ਲ ਜਸਟਿਸ ਦਾ ਈਅਰ ਮਨਾ ਰਹੇ ਆ 2016। ਜਿਹੜੀ BJP ਗਵਰਨਮੈਂਟ ਹੈਗੀ ਹੈ, ਇਹਨੂੰ BJP ਕੱਲੀ ਨਹੀਂ ਅਸੀਂ ਕਹਿ ਸਕਦੇ, ਇਹਨੂੰ BJP RSS ਗਵਰਨਮੈਂਟ ਅਸੀਂ ਕਹਾਂਗੇ। ਦੇਖਿਆ ਜਾਵੇ ਤਾਂ ਜਦੋਂ ਤੁਸੀਂ ਦੇਖਦੇ ਆ ਕਿ ਇਟਸ ਰਨ ਬਾਈ RSS, ਤੇ ਇਹ BJP RSS ਗਵਰਨਮੈਂਟ ਹੈਗੀ ਆ, ਤਾਂ ਇਹ ਹੁਣ ਕਿਉਂ ਮਿਹਰਬਾਨ ਹੋ ਗਈ? ਜਿੱਦਾਂ ਲੰਡਨ ਦੇ ਵਿੱਚ ਘਰ ਲੈ ਕੇ ਦਿੱਤਾ, ਇੰਦੂ ਮਿਲ ਦਾ ਮਸਲਾ ਬੜੀ ਦੇਰ ਤੋਂ, ਉਹ ਉੱਥੇ ਮਿਊਜ਼ੀਅਮ ਬਣਾਉਣ ਦਾ 14 ਅਪ੍ਰੈਲ ਨੂੰ ਮਾਨੇਵਰ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਰੱਖਿਆ, ਮੋਦੀ ਜੀ ਨੇ ਨੀਂਹ ਪੱਥਰ ਰੱਖਿਆ। 26 ਅਲੀਪੁਰ ਰੋਡ ਹੈਗਾ, ਉਹਨੂੰ ਵੀ ਮਿਊਜ਼ੀਅਮ ਬਣਾ ਕਰੇ। ਹੁਣ ਗੱਲ ਹੈਗੀ ਆ ਵੀ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਗਵਰਨਮੈਂਟ ਬੜਾ ਖਰਚ ਬਾਬਾ ਸਾਹਿਬ 'ਤੇ ਕਰ ਰਹੀ ਆ, ਪਰ ਆਪਣੇ ਪਾਸਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਪੈਸਾ ਹੈਗਾ, ਇਹ ਹੈ ਨਾ ਗਵਰਨਮੈਂਟ ਇੰਡੀਆ ਆਪਣੇ ਕੋਲੋਂ ਨਹੀਂ ਲਾ ਰਹੀ। ਇਹ ਜਿਹੜਾ ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬ ਦਾ ਜਿਹੜਾ ਵੈਲਫੇਅਰ ਬਜਟ ਹੈਗਾ ਨਾ, ਇਹ ਉਹ ਪੈਸਾ ਉਧਰੋਂ ਕੱਟ ਕਰਕੇ ਇਹ ਘਰ ਖਰੀਦਣ 'ਤੇ ਲਾ ਰਹੀ ਆ, ਮਿਊਜ਼ੀਅਮ 'ਤੇ ਬਣਾ ਰਹੀ ਆ, ਬਿਲਡਿੰਗਾਂ 'ਤੇ ਲਾ ਰਹੀ ਆ। ਉਨਾ ਹੀ ਇਹੀ ਜਿਹੜਾ ਪੈਸਾ ਹੈ ਸਾਡੇ ਸਮਾਜ ਲਈ
ਪੜ੍ਹਾਈ ਦੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਆਉਣਾ ਸੀ, ਜੀ ਸਟਾਈਫੰਡ ਲਈ ਕੰਮ ਆਉਣਾ ਸੀ, ਸਕਾਲਰਸ਼ਿਪ ਲਈ ਕੰਮ ਆਉਣਾ ਸੀ, ਜੀ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਕੰਮ ਆਉਣਾ ਸੀ, ਉਧਰੋਂ ਬਿਲਕੁਲ। ਕੱਟ ਕੇ ਤੇ ਇਹ ਇੱਧਰ ਬਜਟ ਟ੍ਰਾਂਸਫਰ ਕਰ ਰਹੀ ਆ। ਤਾਂ ਸਾਨੂੰ ਇਹ ਦੱਸ ਰਹੇ ਆ ਵੀ ਅਸੀਂ ਬਾਬਾ ਸਾਹਿਬ ਲਈ ਬਹੁਤ ਕਰ ਰਹੀ ਹੈ, ਬਜਟ ਸਾਡਾ ਹੀ ਆ। ਇੱਕ ਪਾਸਿਓਂ ਸਾਡੀਆਂ ਜਿਹੜੀਆਂ ਫੈਸਿਲਿਟੀਜ਼ ਮਿਲਣੀਆਂ ਸੀਗੀਆਂ ਉਹ ਕੱਟ ਹੋ ਰਹੀਆਂ। ਤਾਂ ਅਗਰ ਮੰਨ ਲਓ 40 ਕਰੋੜ ਦਾ ਇੱਥੇ ਘਰ ਲੈ ਲਿਆ ਲੰਡਨ ਦੇ ਵਿੱਚ, ਤਾਂ 40 ਕਰੋੜ ਜਿਹੜਾ ਗਵਰਨਮੈਂਟ ਆਫ ਮਹਾਰਾਸ਼ਟਰ ਦਾ ਬਜਟ ਹੈਗਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ, ਉਹ ਕੱਟ ਹੋ ਗਿਆ। ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਮਿਲਣੀਆਂ ਸੀ ਉਹ ਕੱਟ ਹੋ ਗਈਆਂ। ਤੇ ਇਸ ਕਰਕੇ ਸਾਨੂੰ ਕਾਫੀ ਥੋੜ੍ਹਾ ਅਵੇਅਰ ਹੋਣਾ ਚਾਹੀਦਾ ਵੀ ਇਹ ਜਿਹੜੀ ਗਵਰਨਮੈਂਟ ਜਾਂ ਤਾਂ ਆਪਣੇ ਨਵੇਂ ਟੈਕਸ ਦੇ ਵਿੱਚੋਂ ਨਵੇਂ ਫੰਡਸ ਦੇਵੇ, ਤਾਂ ਸਾਡੇ ਜਿਹੜੇ ਆਲਰੇਡੀ ਫੰਡਸ ਅਲਾਟ ਕੀਤੇ ਆ ਉਹਨੂੰ ਕੱਟ ਕੇ ਟ੍ਰਾਂਸਫਰ ਕਰਕੇ ਕਿਉਂ ਇਹ ਕਰ ਰਹੀ ਹੈ? ਕਿਉਂਕਿ ਉਹ ਜਿਹੜੇ ਫੰਡ ਆ ਉਹਨਾਂ ਪ੍ਰੋਜੈਕਟਾਂ ਵਾਸਤੇ ਵਰਤਣਾ ਚਾਹੀਦਾ, ਉੱਥੇ ਹੀ ਵਰਤਣਾ ਚਾਹੀਦਾ, ਉੱਥੇ ਵਰਤਣਾ ਚਾਹੀਦਾ। ਉਹਨਾਂ ਫੰਡ ਨੂੰ ਕਰਕੇ ਉਹ ਗਰੀਬ ਲੋਕਾਂ ਨੂੰ ਉੱਥੇ ਫਾਇਦਾ ਹੋਣਾ। ਚਲੋ ਮਿਊਜ਼ੀਅਮ ਦਾ ਵੀ ਫਾਇਦਾ ਹੋਊਗਾ, ਪਰ ਇਹ ਨਵੇਂ ਕਿਉਂ ਨਹੀਂ ਆਪਣੇ ਟੈਕਸ, ਇੰਨਾ ਟੈਕਸ ਗਵਰਨਮੈਂਟ ਇੰਡੀਆ ਮਹਾਰਾਸ਼ਟਰ ਗਵਰਨਮੈਂਟ ਸਟੇਟ ਗਵਰਨਮੈਂਟ ਕਰਦੀਆਂ, ਉੱਥੋਂ ਕਿਉਂ ਨਹੀਂ ਫੰਡਸ ਨਵੇਂ ਅਲਾਟ ਕਰਦੇ? ਇਸ ਕਰਕੇ ਅੱਜ ਕੱਲ੍ਹ ਨਾ ਇੰਡੀਆ ਦੇ ਵਿੱਚ ਬਹੁਤ ਇੱਕ RTI ਮੂਵਮੈਂਟ ਵੀ ਆਪਾਂ ਨੂੰ ਚਲਾਉਣੀ ਚਾਹੀਦੀ ਆ ਵੀ ਫੰਡਸ ਬਹੁਤ ਕਨਵਰਟ ਹੋ ਰਹੇ ਆ। ਈਵਨ ਪੰਜਾਬ ਦੇ ਵਿੱਚ ਰੋਡਸ ਐਂਡ ਬ੍ਰਿਜਿਸ ਨੂੰ ਇਸ ਸਾਡੇ ਸੋਸ਼ਲ ਵੈਲਫੇਅਰ ਫੰਡਸ ਨੂੰ ਕੱਟ ਕਰਕੇ ਸੜਕਾਂ ਬ੍ਰਿਜ ਤੱਕ ਬਣਾ ਰਹੇ ਆ। ਮੈਂ ਇੱਥੇ ਲਿਆਉਣਾ ਚਾਹੁੰਦਾ ਸੀ ਕਿਉਂਕਿ ਪਿਛਲੀ ਸਰਕਾਰ ਜਿਹੜੀਆਂ ਸਰਕਾਰਾਂ ਆ ਨਾ, ਇਹ ਜਿਹੜੀਆਂ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਪੰਜਾਬ ਦਾ ਬੜਾ ਮਤਲਬ ਪ੍ਰੋਗਰੈਸ ਹੋ ਰਹੀ ਆ, ਤੇ ਇਹ ਜਿਹੜਾ ਬਜਟ ਆ, ਇਹ ਜਿਹੜੇ ਫੰਡ ਆ ਜੋ ਸੋਸ਼ਲ ਵੈਲਫੇਅਰ ਜੋ ਕਿ ਬਹੁਜਨ ਸਮਾਜ ਦੇ ਜੋ ਪਿਛੜੇ ਹੋਏ ਸਮਾਜਾਂ ਵਾਸਤੇ ਰੱਖਿਆ ਗਿਆ ਆ, ਉਹਦੇ ਵਿੱਚੋਂ ਖਰਚ ਰਿਹਾ। ਇਸ ਕਰਕੇ ਜਿਹੜੇ ਟੀਚਰ ਆ ਉਹ ਸਕੂਲਾਂ ਦੇ ਵਿੱਚ ਜੋ ਸਟੂਡੈਂਟ ਆ ਉਹਨਾਂ ਦੇ ਸਕਾਲਰਸ਼ਿਪ ਜਿਹੜੇ ਆ ਉਹ ਬੰਦ ਕਰਕੇ ਕੱਟ ਕੇ ਤੇ ਸੜਕਾਂ ਨਵੀਆਂ ਬਣ ਰਹੀਆਂ। ਮੈਨੂੰ ਇਹ ਲੱਗਦਾ ਹੈ ਕਿ ਜੋ ਇਹ ਬੜੇ ਪ੍ਰੋਜੈਕਟ ਮਾਨਵ ਮੋਦੀ ਜੀ ਕਰਾ ਰਹੇ ਆ, ਇਹ ਸਾਡਾ ਜਿਹੜਾ ਬਹੁਜਨ ਸਮਾਜ ਦਾ ਵੈਲਫੇਅਰ ਲਈ ਬਜਟ ਰੱਖਿਆ ਗਿਆ ਉਹਦੇ ਵਿੱਚੋਂ ਕਰਾ ਰਹੇ ਆ। ਤੇ ਦੂਸਰੀ ਤੁਸੀਂ ਬਹੁਤ ਸੋਹਣੀ ਗੱਲ ਦੱਸੀ ਹੈ ਕਿ ਵੀ ਇਹ ਜਿਹੜਾ ਅੰਬੇਡਕਰ ਸਮਾਜ ਆ ਹੁਣ ਤਿਆਰ ਹੋ ਚੁੱਕਾ, ਇਹਦੇ ਵਿੱਚ ਪਾਵਰ ਆ ਗਈ ਆ, ਇਹਦੀ ਪਹਿਚਾਣ ਬਣ ਗਈ ਆ। ਤੇ ਇਸ ਤਰ੍ਹਾਂ ਹਰ ਕੋਈ ਚਾਹੁੰਦਾ ਹੈ ਕਿ ਇਸ ਪਾਵਰ ਨੂੰ ਕਿਸੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਗੁੰਮਰਾਹ ਕੀਤਾ ਜਾਵੇ। ਇੱਥੇ ਸਾਨੂੰ ਬੜੇ ਧਿਆਨ ਦੇਣ ਦੀ ਜ਼ਰੂਰਤ ਆ, ਸਾਡੇ ਜੋ ਵੀ ਬੁੱਧੀਜੀਵੀ ਲੋਕ ਹੈ, ਜੋ ਸਾਡਾ ਸਮਾਜ ਆ, ਕਿ ਇਹ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਕਿ ਛਲਾਵਾ ਵੀ ਹੋ ਸਕਦਾ ਹੈ। ਕਿਉਂਕਿ ਜਦੋਂ ਤੁਸੀਂ ਗੱਲ ਕਰਦੇ ਆ ਕਿ ਕਾਂਗਰਸ ਹਮੇਸ਼ਾ ਵਿਰੋਧੀ ਰਹੀ ਆ, ਤੇ ਇਹ ਜਿਹੜਾ ਮੌਜੂਦਾ ਸਰਕਾਰ ਆ ਹਮੇਸ਼ਾ ਕਾਂਗਰਸ ਦੀ ਵੀ ਵਿਰੋਧਤਾ ਕਰਦੀ ਆ। ਉੱਥੇ ਮਤਲਬ ਜਦੋਂ ਹਿੰਦੂ ਕੋਡ ਬਿੱਲ ਆਇਆ ਸੀ ਤੇ ਉਦੋਂ ਜਨਸੰਘ ਜਾਂ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਹੁੰਦੀ ਸੀ, ਇਹੀ ਲੋਕ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ। ਤੇ ਇੱਥੋਂ ਬੜੀ ਹੈਰਾਨਗੀ ਦੀ ਗੱਲ ਹੁੰਦੀ ਆ ਕਿ ਵੀ ਅੱਜ ਇਹ ਕਿਉਂ ਹੋ ਰਿਹਾ, ਇਹਦੇ ਪਿੱਛੇ ਕੋਈ ਨਾ ਕੋਈ ਛੁਪਿਆ ਏਜੰਡਾ ਤਾਂ ਨਹੀਂ। ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਸੋ ਇਸੇ ਨਾ ਸੁਮਨ ਜੀ ਇਹ ਮਸਲਾ ਉੱਥੇ ਨਾ ਜਦੋਂ ਆਪਸੀ ਡਿਸਕਸ਼ਨ ਸਾਡੀ ਹੁੰਦੀ ਸੀ ਨਿਊਯਾਰਕ ਦੇ ਵਿੱਚ ਜੀ, ਬਹੁਤ ਸਟੇਟਾਂ ਤੋਂ ਲੋਕ ਆਏ ਸੀ। ਜਿਹੜੇ ਫੰਡਸ ਡਾਈਵਰਟ ਹੋ ਰਹੇ ਨਾ, ਇਸ ਵੇਲੇ ਸਭ ਤੋਂ ਵੱਡਾ ਖਤਰਾ ਇਹ ਆ, ਜੋ ਮਾਰ ਪੈ ਰਹੀ ਹੈ ਨਾ, ਉਹ ਇਹੀ ਸਭ ਤੋਂ ਸਾਡੇ ਫੰਡਸ ਡਾਈਵਰਟ ਕਰੀ ਜਾ ਰਹੇ ਆ। ਜਿਸ ਕੰਮ ਲਈ ਹੈਗੇ ਆ ਉਹ ਸੜਕਾਂ ਬਣਾ ਰਹੇ ਆ, ਬ੍ਰਿਜ ਬਣਾ ਰਹੇ ਹੈਗੇ ਆ, ਤਾਂ ਬੜੇ ਮੋਨੂਮੈਂਟ ਬਣਾ ਰਹੇ ਹੈਗੇ ਆ। ਉਹਦਾ ਸਾਡੇ ਜਿਹੜੇ ਉੱਥੇ ਲੋਕ ਹੈਗੇ ਆ ਉਹਨੂੰ ਉਹ ਫਾਇਦਾ ਨਹੀਂ ਹੋਣਾ ਹੈਗਾ। ਤੁਸੀਂ ਨਵੇਂ ਪ੍ਰੋਜੈਕਟ ਲਈ ਨਵਾਂ ਫੰਡ ਅਲਾਟ ਕਰਨਾ ਚਾਹੀਦਾ ਹੈਗਾ। ਇਸ ਕਰਕੇ ਸਾਨੂੰ ਨਾ ਵੀ ਅੱਖਾਂ ਮੀਟ ਕੇ ਬਲਾਈਂਡਲੀ ਫੇਥ ਨਹੀਂ ਕਿਸੇ ਵੀ ਗਵਰਨਮੈਂਟ ਦੇ ਕਰਨਾ। ਇਹ ਤਾਂ ਹੈ ਹੀ RS ਦੀ ਗਵਰਨਮੈਂਟ ਹੈਗੀ, ਇਸ ਕਰਕੇ ਸਾਨੂੰ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈਗੀ ਆ। ਅਸੀਂ ਥੈਂਕਸ ਕਰਦੇ ਹਾਂ ਗਵਰਨਮੈਂਟ ਜਿੰਨਾ ਵੀ ਕਰਦੀ ਹੈ, ਪਰ ਸਾਨੂੰ ਅਵੇਅਰ ਹੋਣ ਦੀ ਲੋੜ ਹੈਗੀ ਆ। ਮੋਰ ਓਵਰ ਸਾਡੇ ਜਿਹੜੇ ਬੁੱਧੀਜੀਵੀ ਹੈਗੇ ਆ ਇੱਥੇ ਵੀ ਸਾਨੂੰ ਇੱਕ ਨਵਾਂ ਤਿਆਰ ਕਰਨਾ ਚਾਹੀਦਾ ਹੈਗਾ। ਉਹ ਸੁਮਨ ਜੀ ਕੰਮ ਉਹ ਨਹੀਂ ਰਹਿ ਗਏ ਵੀ ਟ੍ਰੈਡੀਸ਼ਨਲ ਬਰਥਡੇ ਮਨਾ ਲਓ ਤੇ ਬਹਿ ਜਾਓ, ਇੱਦਾਂ ਨਹੀਂ। ਇਹ 24 ਆਵਰ 7 ਸਾਨੂੰ ਹੋਣਾ ਪੈਂਦਾ, ਅਵੇਅਰ ਹੋਣਾ ਪੈਂਦਾ। ਸਭ ਸਮਾਂ ਆਪਣੀ ਮਤਲਬ ਚਾਲ ਚੱਲ ਰਿਹਾ, ਤੇ ਲੇਕਿਨ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਸੀ, ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਹੋ ਰਿਹਾ। ਲੇਕਿਨ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੀ ਹੈਵ ਟੂ ਬੀ ਵੈਰੀ ਕੇਅਰਫੁਲ। ਸਾਨੂੰ ਮਤਲਬ ਬੜੇ ਆਪਣੇ ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ। ਆਪਣੇ ਸਮਾਜ ਨੂੰ ਤਿਆਰ ਕਰਨਾ ਚਾਹੀਦਾ। ਆਪਣਾ ਮਤਲਬ ਆਪਣੀ ਜੋ ਆਪਣੀ ਰਿਪਰੈਜ਼ੈਂਟੇਟਿਵ ਆ, ਜਿੰਨਾ ਆਪਣੀ ਗਿਣਤੀ ਹੈ ਬਹੁਜਨ ਸਮਾਜ ਦੀ, ਅਗਰ ਇਹ ਸਾਰਾ ਬਹੁਜਨ ਸਮਾਜ ਇਕੱਠਾ ਹੋ ਜਾਵੇ ਤੇ ਸਰਕਾਰ ਸਾਡੀ ਬਣ ਸਕਦੀ। ਅਸੀਂ ਇਹ ਜਿਹੜੇ ਫੰਡ ਆ ਫਿਰ ਅਸੀਂ ਜਿੱਥੇ ਇਹ ਖਰਚਣੇ ਚਾਹੀਦੇ ਉੱਥੇ ਖਰਚ ਕਰ ਸਕਦੇ ਹਾਂ। ਤੇ ਬਹੁਤ ਧੰਨਵਾਦ ਹੈ। ਤੇ ਹੁਣ ਮੇਰੇ ਸਮਾਂ ਖਤਮ ਹੋ ਰਿਹਾ, ਤੇ ਇੱਕ ਵਾਰੀ ਫੇਰ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ। ਤੇ ਇਹਦੇ ਵਿੱਚ ਜੋ ਪ੍ਰੋਗਰਾਮ ਤੁਸੀਂ ਦੇਖਿਆ, ਇਹ ਜ਼ਰੂਰ ਸਾਨੂੰ ਫੀਡਬੈਕ ਜ਼ਰੂਰ ਦਿਓ, ਕਿਉਂਕਿ ਜੋ ਟੈਲੀਫੋਨ ਨੰਬਰ ਹੈ, ਜਿਸ ਤਰ੍ਹਾਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਰੇਖਾ ਜੀ ਨੇ ਦੱਸਿਆ ਕਿ ਬੁੱਧ ਵਿਹਾਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਦਾ ਟੈਲੀਫੋਨ ਨੰਬਰ ਹੈ 01902 715 094।
ਤੇ ਇਹਦੇ ਨਾਲ ਹੀ ਇਹ ਅੱਜ ਦਾ ਜੋ ਵੈਂਸਡੇ ਦਾ ਪ੍ਰੋਗਰਾਮ ਖਤਮ ਹੁੰਦਾ। ਅਗਲੇ ਹਫਤੇ ਫੇਰ ਮਿਲਦੇ ਆ। ਨਮੋ ਬੁੱਧਾ ਹੈ, ਜੈ ਭੀਮ।